Thank you. My dear gods and my dear masters, ਤੁਹਾਨੂੰ ਸਾਰਿਆਂ ਨੂੰ ਪਿਆਰ ਵਾਲੀ ਸਤਿ ਸ਼੍ਰੀ ਅਕਾਲ। ਅੱਜ ਅਸੀਂ 10ਵੇਂ ਹਫਤੇ ਦੇ ਵਿੱਚ ਪ੍ਰਵੇਸ਼ ਕਰ ਲਿਆ ਔਰ ਇਹ ਜਿਹੜਾ 10ਵਾਂ ਹਫਤਾ ਹੈ ਬਹੁਤ ਹੀ ਖੂਬਸੂਰਤ ਜਿਹਾ ਗੱਲ ਹੈ ਜਿਸ ਬਾਰੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ। ਉਹ ਕੀ ਹੈ? ਕ੍ਰੀਏਟਿੰਗ ਦ ਵਰਲਡ ਆਫ ਟਰੂ ਡਿਜ਼ਾਇਰਸ। ਜਿਹੜੀਆਂ ਸਾਡੀਆਂ ਟਰੂ ਡਿਜ਼ਾਇਰਸ ਦੇ ਬਾਰੇ ਅਸੀਂ ਸਮਝਿਆ ਸੀਗਾ ਪਿਛਲੇ ਹਫਤੇ। ਡਿਜ਼ਾਇਰਸ ਔਰ ਟਰੂ ਡਿਜ਼ਾਇਰਸ ਦੇ ਵਿੱਚ ਡਿਫਰੈਂਟ ਕੀ ਹੈ, ਔਰ ਹੁਣ ਅਸੀਂ ਸਮਝਾਂਗੇ ਕਿ ਜਿਹੜੀਆਂ ਸਾਡੀਆਂ ਟਰੂ ਡਿਜ਼ਾਇਰਸ ਨੇ ਇਹਨਾਂ ਨੂੰ ਅਸੀਂ ਕ੍ਰੀਏਟ ਕਿਸ ਤਰ੍ਹਾਂ ਕਰਨਾ, ਮੈਨੀਫੈਸਟ ਕਿਸ ਤਰ੍ਹਾਂ ਕਰਨਾ ਹੈ। ਇਹਨਾਂ ਤਾਂ ਸਾਨੂੰ ਪਤਾ ਹੀ, ਅਸੀਂ ਹਰ ਰਿਪੀਟ ਕਰਦੇ ਹਾਂ, ਅਸੀਂ ਇਮੇਜ ਆਫ ਗੋਡ ਦੀ ਇਮੇਜ 'ਚ ਬਣੇ ਆ ਔਰ ਅਸੀਂ ਕ੍ਰੀਏਟਰ ਆ। ਅਸੀਂ ਆਪਣਾ ਐਕਸਪੀਰੀਅੰਸ ਖੁਦ ਕ੍ਰੀਏਟ ਕਰਦੇ ਆ, ਹੈ ਨਾ। ਔਰ ਆਪਣੇ ਐਕਸਪੀਰੀਅੰਸ ਦੇ ਨਾਲ ਅਸੀਂ ਆਪਣੇ ਆਸੇ ਪਾਸੇ ਦੀ ਇੱਕ ਦੁਨੀਆ ਰਚੀ ਹੋਈ ਹੈ। ਇਹ ਦੁਨੀਆ ਉਹ ਹੈ ਜਿਹੜੀ ਸਾਡੇ ਵਿਚਾਰਾਂ ਦੇ ਨਾਲ ਸ਼ੁਰੂ ਹੋਈ। ਕਿਹੜੇ ਵਿਚਾਰ? ਜਿਹੜੇ ਮੇਰੇ ਮਾਈਂਡ ਦੇ ਵਿੱਚ ਨੇ ਜਾਂ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਨੇ। ਔਰ ਇਹ ਤਾਂ ਸਿੰਪਲ ਹੈ, ਅਸੀਂ ਇੰਨੇ ਦਿਨਾਂ ਤੋਂ ਅਸੀਂ ਇਹੀ ਚੱਲਦੇ ਚੱਲੇ ਆ ਰਹੇ ਹਾਂ। ਹੁਣ ਅੱਜ ਜੋ ਅਸੀਂ ਕਰਨ ਵਾਲੇ ਹਾਂ, ਅੱਜ ਅਸੀਂ ਫਾਰਮੂਲਾ ਸਿੱਖਾਂਗੇ। ਉਸ ਫਾਰਮੂਲੇ ਦੇ ਨਾਲ ਅਸੀਂ ਆਪਣੀ ਜਿਹੜੀਆਂ ਟਰੂ ਡਿਜ਼ਾਇਰਸ ਨੇ ਉਹਨਾਂ ਨੂੰ ਮੈਨੀਫੈਸਟ ਕਿਸ ਤਰ੍ਹਾਂ ਕਰਨਾ ਹੈ, ਉਹ ਅਸੀਂ ਸਿੱਖਾਂਗੇ। ਹੁਣ ਫਾਰਮੂਲਾ ਤਾਂ ਸਭ ਨੂੰ ਹੀ ਪਤਾ ਕਿ ਫਾਰਮੂਲਾ ਹੁੰਦਾ ਹੀ ਹੈ। ਔਰ ਅਗਰ ਅਸੀਂ ਦੇਖਿਆ ਜਾਏ ਤੇ ਅਸੀਂ ਆਪਣੇ ਪਿਛਲੇ 9 ਹਫ਼ਤਿਆਂ ਦੇ ਵਿੱਚ ਅਗਰ ਅਸੀਂ ਝਾਤੀ ਮਾਰੀਏ ਤੇ ਅਸੀਂ ਕੁਝ ਵੀ ਚੀਜ਼ ਨਵੀਂ ਨਹੀਂ ਸਿੱਖੀ। ਸਿੰਗਲ ਇੱਕ ਚੀਜ਼ ਵੀ ਅਸੀਂ ਨਵੀਂ ਨਹੀਂ ਸਿੱਖੀ। ਐਸੀ ਕੋਈ ਅਸੀਂ ਗੱਲ ਨਹੀਂ ਕੀਤੀ ਜਿਹੜੀ ਸਾਨੂੰ ਆਲਰੇਡੀ ਪਤਾ ਨਹੀਂ ਸੀ। ਫਿਰ ਡਿਫਰੈਂਟ ਕਿੱਥੇ ਸੀ? ਡਿਫਰੈਂਟ ਸਿਰਫ ਇਤਨਾ ਸੀ ਕਿ ਅਸੀਂ ਦਿਮਾਗ ਨੂੰ ਯੂਜ਼ ਕਰ ਰਹੇ ਸੀ, ਦਿਲ ਗਾਇਬ ਸੀ ਉਹਦੇ 'ਚ। ਜਿਹੜੀ ਹੁਣ ਸਾਨੂੰ ਅੱਜ ਕੱਲ੍ਹ ਪੜ੍ਹਾਈ ਵੀ ਕਰਾਈ ਜਾ ਰਹੀ ਹੈ, ਉਹ ਸਾਨੂੰ ਦਿਮਾਗ ਨੂੰ ਕਿਸ ਤਰ੍ਹਾਂ ਵਰਤਣਾ ਹੈ ਉਹ ਸਿਖਾਇਆ ਜਾ ਰਿਹਾ ਸਕੂਲਾਂ ਦੇ ਵਿੱਚ ਵੀ। ਇਮੋਸ਼ਨਸ, ਫੀਲਿੰਗਸ, ਇਹਨਾਂ ਚੀਜ਼ਾਂ ਦੀ ਬਿਲਕੁਲ ਹੀ ਖਤਮ ਹੈ। ਕੁਝ ਸਾਨੂੰ ਸਿਖਾਇਆ ਹੀ ਨਹੀਂ ਜਾਂਦਾ ਇਹਨਾਂ ਚੀਜ਼ਾਂ ਦੇ ਬਾਰੇ। ਔਰ ਅਸੀਂ ਇਸ ਬੁੱਕ ਦੇ ਰਾਹੀਂ ਕੀ ਸਿੱਖ ਰਹੇ ਹਾਂ? ਦਿਮਾਗ ਤੋਂ ਦਿਲ ਦੇ ਉੱਤੇ ਸ਼ਿਫਟ ਹੋਣਾ ਔਰ ਦੋਨਾਂ ਦਾ ਬੈਲੈਂਸ ਕਿਸ ਤਰ੍ਹਾਂ ਕਰਨਾ ਹੈ। ਸਭ ਤੋਂ ਪਹਿਲੇ ਤਾਂ ਮੈਂ ਦਿਮਾਗ ਨੂੰ ਛੋੜ ਕੇ ਦਿਲ ਦੇ ਉੱਤੇ ਆ ਗਈ। ਦਿਲ ਦੇ ਉੱਤੇ ਮੇਰਾ ਹਿਰਦੇ 'ਚ ਮੇਰਾ ਪ੍ਰੀਤਮ ਵਸਦਾ ਹੈ। ਉਸ ਪ੍ਰੀਤਮ ਦੇ ਨਾਲ ਮੈਂ ਕੰਟੈਕਟ ਕਰਨਾ ਸਿੱਖਿਆ। ਉਸ ਮਾਲਕ ਦੇ ਨਾਲ ਮੈਂ ਕੰਟੈਕਟ ਕਰਨਾ ਸਿੱਖਿਆ। ਉਹਦੇ ਰਸਤੇ ਵਿੱਚ ਆਉਣ ਵਾਲੀਆਂ ਜਿਹੜੀਆਂ ਰੁਕਾਵਟਾਂ ਸੀ ਉਹਨਾਂ ਰੁਕਾਵਟਾਂ ਨੂੰ ਸਮਝਿਆ। ਔਰ ਮੇਰਾ ਦਿਲ ਤੱਕਣ ਦਾ ਜਿਹੜਾ ਰਸਤਾ ਹੈ, ਦਿਲ ਤੋਂ ਦਿਮਾਗ ਤੱਕ ਦਾ ਜਿਹੜਾ ਰਸਤਾ ਹੈ, ਉਹ ਬਿਲਕੁਲ ਕਲੀਅਰ ਕਿਸ ਤਰ੍ਹਾਂ ਹੋ ਜਾਏ। ਮੈਨੂੰ ਕਿਸ ਤਰ੍ਹਾਂ ਪਤਾ ਚੱਲੇ ਕਿ ਮੈਂ ਆਪਣੇ ਅਕਾਲ ਪੁਰਖ ਦੇ ਨਾਲ ਜੁੜੀ ਹੋ ਕੇ, ਯਾਨੀ ਮੈਂ ਆਪਣੇ ਹਾਇਰ ਸੈਲਫ ਦੇ ਨਾਲ ਜੁੜ ਕੇ ਸਾਰੀਆਂ ਗੱਲਾਂ ਕਰ ਰਹੀ ਹਾਂ, ਆਪਣਾ ਜੀਵਨ ਬਤੀਤ ਕਰ ਰਹੀ ਹਾਂ। ਇਹ ਮੈਂ ਗਾਈਡੈਂਸ ਪੂਰੀ ਦੀ ਪੂਰੀ ਸਿੱਖ ਰਹੀ ਸੀ। ਇਹ ਸਾਨੂੰ ਜ਼ਰੂਰਤ ਕਿਉਂ ਪੈ ਗਈ? ਇਸ ਕਰਕੇ ਪੈ ਗਈ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਕਿ ਪਹਿਲੇ ਜਿਹੜੀ ਪੜ੍ਹਾਈ ਹੁੰਦੀ ਸੀ ਗੁਰੂਕੁਲ 'ਚ ਹੁੰਦੀ ਸੀ। ਗੁਰੂਕੁਲ ਦੇ ਵਿੱਚ ਇੱਕ ਰਾਜੇ ਦਾ ਬੱਚਾ ਵੀ ਜਾਂਦਾ ਸੀ, ਇੱਕ ਗਰੀਬ ਦਾ ਬੱਚਾ ਵੀ ਜਾਂਦਾ ਸੀ। ਉਹ ਸਾਰੇ ਜਣੇ ਇਕੱਠੇ ਮਿਲ ਕੇ ਜਿਹੜੇ ਉਹਨਾਂ ਦੇ ਗੁਰੂ ਹੁੰਦੇ ਸੀ ਉੱਥੇ ਹੀ ਰਹਿੰਦੇ ਸੀ, ਉਹਨਾਂ ਦਾ ਸਿਸਟਮ ਫੋਲੋ ਕਰਦੇ ਸੀ ਔਰ ਉੱਥੋਂ ਪੜ੍ਹਾਈ ਕਰਕੇ ਵਾਪਿਸ ਆਉਂਦੇ ਸੀ। ਯਾਨੀ ਉਹਨਾਂ ਨੂੰ ਆਪਣਾ ਦਿਲ ਵੱਡਾ ਕਰਨਾ ਪੈਂਦਾ ਸੀ। ਉਹ ਦਿਲ ਦੇ ਨਾਲ ਹਰ ਕੰਮ ਕਰਦੇ ਸੀ। ਹੁਣ ਰਾਜੇ ਦਾ ਬੰਦਾ ਜਾ ਕੇ, ਬੱਚਾ ਉੱਥੇ ਜਾ ਕੇ ਰਾਜੇ ਵਾਂਗੂ ਟ੍ਰੀਟਮੈਂਟ ਨਹੀਂ ਲੈ ਸਕਦਾ। ਉਹਨੂੰ ਵੀ ਦੂਸਰੇ ਬੱਚਿਆਂ ਵਾਂਗੂ ਆਮ ਜਿਸ ਤਰ੍ਹਾਂ ਦੂਸਰੇ ਬੱਚੇ ਕਰਦੇ ਨੇ, ਸਫਾਈ ਕਰਨੀ, ਜਲਦੀ ਉੱਠਣਾ, ਜੋ ਵੀ ਗੁਰੂ ਉਹਨਾਂ ਨੂੰ ਕੰਮ ਕਹਿੰਦਾ ਸੀ। ਹਾਲਾਂਕਿ ਕੰਮ ਵੀ ਸਾਰੇ ਬੱਚੇ ਹੀ ਕਰਦੇ ਹੁੰਦੇ ਸੀ। ਉਹ ਸਾਰਾ ਕੁਝ ਕਰਨਾ, ਯਾਨੀ ਉਹ ਸ਼ੇਅਰਿੰਗ ਔਰ ਕੇਅਰਿੰਗ ਸਿੱਖਦਾ ਸੀ। ਸ਼ੇਅਰ ਕਰਨਾ ਔਰ ਕੇਅਰ ਕਰਨਾ। ਅੱਜ ਦੀ ਸਾਡੀ ਦੁਨੀਆ ਦੇ ਵਿੱਚ ਅਸੀਂ ਦੇਖੀਏ ਤਾਂ ਇਹ ਦੋਨੋਂ ਚੀਜ਼ਾਂ ਹੀ ਮਿਸਿੰਗ ਹੋ ਗਈਆਂ। ਕਿਉਂ? ਅਸੀਂ ਆਪਣੀ ਲਿਮਿਟਿਡ ਫੈਮਿਲੀ ਬਣਾ ਕੇ ਬੈਠ ਗਏ ਕਿਉਂਕਿ ਸਾਨੂੰ ਸੋਚ ਕਿੱਥੇ ਆ ਗਈ? ਦਿਮਾਗ ਦੇ ਉੱਤੇ। ਸਕੂਲ ਦੇ ਵਿੱਚ ਅੱਜ ਤੋਂ ਅਸੀਂ 50 ਸਾਲ ਪਹਿਲੇ, ਜਿਸ ਤਰ੍ਹਾਂ ਮੇਰੀ ਏਜ ਹੁਣ 60 ਹੈ, ਤੇ ਮੈਂ ਜਾ ਕੇ ਜੋ ਟੀਚਰਸ ਦੀ ਜੋ ਰਿਸਪੈਕਟ, ਜੋ ਆਦਰ ਸੀ, ਅੱਜ ਦੀ ਡੇਟ 'ਚ ਉਹ ਸਭ ਨਹੀਂ ਹੈ। ਟੀਚਰ ਨੂੰ ਅਸੀਂ ਗੁਰੂ ਮੰਨਦੇ ਸੀ, ਪੂਰੀ ਉਹਨਾਂ ਦੀ ਰਿਸਪੈਕਟ ਕਰਦੇ ਸੀ। ਤਾਂ ਇਹਨਾਂ ਚੀਜ਼ਾਂ ਦੀ ਜ਼ਰੂਰਤ ਤਾਂ ਪੈ ਗਈ ਹੈ ਇੱਕ ਫਾਰਮੂਲੇ ਦੀ, ਤਾਂ ਕਿ ਉਹ ਫਾਰਮੂਲਾ ਸਾਨੂੰ ਕਿਤੇ ਨਹੀਂ ਲਿਜਾਣ ਵਾਲਾ। ਸਿਰਫ ਦਿਮਾਗ ਤੋਂ ਉਠਾ ਕੇ ਉਹਨੇ ਸਾਨੂੰ ਦਿਲ ਦੇ ਵਿੱਚ ਸ਼ਿਫਟ ਕਰ ਦੇਣਾ, ਤਾਂ ਕਿ ਅਸੀਂ ਹੁਣ ਸਿੱਖਿਆ ਵੀ ਕੀ ਹੈ? ਆਪਣੇ ਹਾਰਟ ਦੇ ਵਿੱਚ ਜਾਣਾ, ਹਾਰਟ ਦੀਆਂ ਸੈਂਸੇਸ਼ਨਸ ਨੂੰ ਮਹਿਸੂਸ ਕਰਨਾ। ਔਰ ਅਸੀਂ ਇਹੀ ਹੁਣ ਕ੍ਰੀਏਟਿੰਗ ਫਾਰਮੂਲੇ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਹੋਰ ਡਿਟੇਲ ਦੇ ਨਾਲ ਸਮਝਣ ਵਾਲੇ ਆ। ਹੁਣ ਇੱਥੇ ਕੀ ਹੋ ਗਿਆ? ਹੁਣ ਅਸੀਂ ਅੱਜ ਜੋ ਅਸੀਂ ਸਿੱਖਣਾ ਜਿਹੜਾ ਫਾਰਮੂਲਾ, ਉਹਦੇ 'ਚ ਅਸੀਂ ਕੀ ਕਰਨਾ? ਕਲੇਮ ਕਰਨਾ ਸਿੱਖਣਾ, ਦਾਵਾ ਕਰਨਾ, ਮੈਨੀਫੈਸਟ ਕਰਨਾ ਸਿੱਖਣਾ ਉਸ ਸੰਸਾਰ ਦਾ ਜਿਹੜਾ ਸੰਸਾਰ ਅਸੀਂ ਚਾਹੁੰਦੇ ਹਾਂ। ਸਾਡੇ ਚਾਹਣ ਦੇ ਨਾਲ ਨਾਲ, ਕਿਉਂਕਿ ਮੇਰੀ ਚਾਹਤ ਦੇ ਵਿੱਚ ਵੀ ਈਸ਼ਵਰ ਦੀ ਚਾਹਤ ਛੁਪੀ ਹੋਈ ਹੈ। ਕਿਉਂਕਿ ਈਸ਼ਵਰ ਨੇ ਜਦੋਂ ਮੈਨੂੰ ਬਣਾਇਆ,
ਇੱਕ ਥਾਟ ਪ੍ਰੋਸੈਸ ਸੀਗਾ ਉਹਦਾ ਮੈਨੂੰ ਬਣਾਉਣ ਦੇ ਵਿੱਚ, ਕਿ ਇਹ ਜਿਹੜਾ ਇਨਸਾਨ ਮੈਂ ਬਣਾ ਰਿਹਾ, ਇਹ ਇਨਸਾਨ ਦੇ ਵਿੱਚ ਇਹ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ। ਜੋ ਕੁਝ ਵੀ ਉਸਨੇ ਸੰਸਾਰ ਬ੍ਰਹਮੰਡ ਦੇ ਵਿੱਚ ਰਚ ਦਿੱਤਾ, ਸਭ ਕੁਝ ਮੇਰੀ ਖੁਸ਼ੀ ਲਈ, ਮੇਰੇ ਆਨੰਦ ਲਈ, ਮੇਰੇ ਉਹਦੇ ਕਰਨ ਲਈ ਰੱਖ ਦਿੱਤਾ। ਮੇਰੀਆਂ ਡਿਜ਼ਾਇਰਸ, ਮਤਲਬ ਮੇਰੀਆਂ ਸਾਰੀਆਂ ਖੁਸ਼ੀਆਂ ਉਹਦੀ ਇੱਕ ਖੁਸ਼ੀ ਦੇ ਵਿੱਚ ਛੁਪੀ ਹੋਈ ਸੀ, ਜਿਹੜੀ ਉਹਨੇ ਥਾਟ ਪ੍ਰੋਸੈਸ ਉਸਨੇ ਮੇਰੇ ਲਈ ਕ੍ਰੀਏਟ ਕੀਤਾ। ਔਰ ਅਸੀਂ ਇਹਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਅਸੀਂ ਆਫ ਕੋਰਸ ਕਿ ਜਿਹੜਾ ਪਰਮਾਤਮਾ ਨੇ ਮੇਰੀ ਚੀਜ਼ ਸੋਚੀ ਸੀ, ਮੈਂ ਉਸ ਤਰੀਕੇ ਨੂੰ ਐਕਸਪੀਰੀਅੰਸ ਕਰਨਾ ਹੁਣ ਸਿੱਖਣਾ ਸ਼ੁਰੂ ਕਰਾਂਗੇ। ਇੱਥੋਂ ਤੱਕ ਸਾਨੂੰ ਇੰਨਾ ਤਾਂ ਸਮਝ ਆ ਗਿਆ ਕਿ ਅਸੀਂ ਕ੍ਰੀਏਟਰ ਆ। ਜੋ ਕੁਝ ਵੀ ਮੇਰੇ ਆਲੇ ਦੁਆਲੇ ਹੋ ਰਿਹਾ, ਇਹ ਮੇਰਾ ਖੁਦ ਦੀ ਉਪਜ ਹੈ। ਅਸੀਂ ਆਪਣੇ ਜੋ ਕੁਝ ਵੀ ਇਸ क्षण ਮੇਰੇ ਆਸੇ ਪਾਸੇ ਹੈ, ਇਹ ਸਭ ਮੇਰੀ ਉਪਜ ਹੈ। ਔਰ ਬਾय डिफॉल्ट ਮੈਂ ਕ੍ਰੀਏਟਰ ਹੈ ਹੀ ਹਾਂ। ਇਹਦੇ ਚ ਮੈਨੂੰ ਕੁਝ ਲੰਬਾ ਚੌੜਾ ਸਿੱਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਆਪਣੇ ਵਿਚਾਰਾਂ ਦੇ ਨਾਲ ਇਸ क्षण ਦੀ ਮੇਰੀ ਜਿਹੜੀ ਦੁਨੀਆ ਹੈ ਉਹਨੂੰ ਮੈਂ ਕ੍ਰੀਏਟ ਕਰ ਚੁੱਕੀ ਹਾਂ। ਜੋ ਕੁਝ ਵੀ ਮੈਂ ਆਪਣੇ ਆਸੇ ਪਾਸੇ ਮਹਿਸੂਸ ਕਰਾਂ, ਜੋ ਕੁਝ ਮੇਰੇ ਆਸੇ ਪਾਸੇ ਜਿਹੜੇ ਲੋਕ ਨੇ, ਜਿਹੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਦੇ ਮੈਂ ਘਰ 'ਚ ਰਹਿ ਰਹੀ ਹਾਂ, ਜਿਸ ਤਰੀਕਾ ਦੇ ਲੋਕ ਨੇ ਮੇਰੇ ਆਸੇ ਪਾਸੇ, ਜੋ ਮੇਰਾ ਥਾਟ ਪ੍ਰੋਸੈਸ ਚੱਲ ਰਿਹਾ ਹੈ, ਸੌਰੀ ਥਾਟ ਪ੍ਰੋਸੈਸ ਨਹੀਂ, ਜੋ ਕੁਝ ਮੈਂ ਐਕਸਪੀਰੀਅੰਸ ਕਰ ਰਹੀ ਹਾਂ, ਆਪਣੇ ਸੁੱਖ ਦੁੱਖ, ਗਿल्ट, खुशी, नमी, जो भी, ਇਹ ਸਭ ਮੇਰੀ ਸੋਚ ਦੇ ਕਾਰਨ ਕ੍ਰੀਏਟ ਹੋਇਆ। ਇਤਨਾ ਮੈਂ ਬਿਲਕੁਲ ਕਲੀਅਰ ਹੋ ਚੁੱਕੀ ਹਾਂ। ਤੇ ਸਾਨੂੰ ਇਸका मतलब ਤਾਂ ਇਹ ਹੋ ਗਿਆ ਕਿ ਸਾਨੂੰ ਇਹ ਸਿੱਖਣ ਦੀ ਜ਼ਰੂਰਤ ਨਹੀਂ ਹੈ ਕਿ ਮੈਂ ਕ੍ਰੀਏਟ ਮੈਨੀਫੈਸਟ ਕਿਸ ਤਰ੍ਹਾਂ ਕਰਨਾ ਹੈ। ਇਹ ਮੈਨੂੰ ਸਿੱਖਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਕੁਆਲਿਟੀ ਤੋਂ ਡੀਪ ਡਾਊਨ ਮੇਰੇ ਅੰਦਰ ਹੈ ਹੀ ਹੈ। ਅਸੀਂ ਹੁਣ ਸਿੱਖਣਾ ਕੀ ਹੈ, ਉਸ ਫਾਰਮੂਲੇ ਨੂੰ ਸਿੱਖਣਾ ਹੈ ਜਿਹਦੇ ਨਾਲ ਅਸੀਂ ਜਿਹੜੀਆਂ ਸਾਡੀਆਂ ਟਰੂ ਡਿਜ਼ਾਇਰਸ ਨੇ, ਜਿਹੜੀਆਂ ਪਰਮਾਤਮਾ ਨੇ ਮੇਰੇ ਲਈ ਸੋਚੀਆਂ ਨੇ, ਉਹਨਾਂ ਡਿਜ਼ਾਇਰਸ ਨੂੰ ਮੈਂ ਕਿਸ ਤਰ੍ਹਾਂ ਅਚੀਵ ਕਰਾਂ। ਇੱਕ ਬਹੁਤ ਹੀ ਖੂਬਸੂਰਤ ਜਿਹੀ ਇੱਕ ਹੈਗੀ ਹੈ ਕਿ ਜੀਵਨ ਦੇ ਵਿੱਚ ਬਹੁਤ ਸਾਰੀਆਂ ਰਾਹਾਂ ਨੇ, ਰਸਤੇ, ਔਰ ਉਹਨਾਂ ਰਸਤਿਆਂ ਦੇ ਵਿੱਚੋਂ ਇੱਕ ਰਸਤਾ ਐਸਾ ਹੈ ਜਿਹਦੇ ਉੱਤੇ ਮੈਂ ਯਾਤਰਾ ਕਰਨੀ ਹੈ। ਇਹੀ ਇੱਕ ਰਸਤਾ ਹੈ ਜੋ ਮੇਰੇ ਵਾਸਤੇ ਬਣਿਆ ਹੈ। ਮੈਂ ਚਾਹਾਂ ਜਾਂ ਨਾ ਚਾਹਾਂ, ਮੈਨੂੰ ਰਸਤੇ ਤੇ ਤਾਂ ਉਸੇ ਤੇ ਹੀ ਚੱਲਣਾ ਪਏਗਾ। ਔਰ ਇਹ ਯਾਦ ਰੱਖਣ ਵਾਲਾ ਕੀ ਹੈ ਕਿ ਇਹ ਰਸਤਾ ਮੈਂ ਨਹੀਂ ਚੁਣਿਆ, ਇਹ ਕਿਸੇ ਨੇ ਮੇਰੇ ਲਈ ਚੁਣਿਆ, ਈਸ਼ਵਰ ਨੇ ਮੇਰੇ ਲਈ ਚੁਣਿਆ। ਯਾਨੀ ਜਿਹੜੀ ਮੈਂ ਮੇਰੀ ਹੋਂਦ ਹੈ, ਮੈਂ ਇਸ ਤਰੀਕੇ ਦੀ ਹੋਣਾ ਚਾਹੀਦਾ, ਇਹ ਪਰਮਾਤਮਾ ਦੀ ਡਿਜ਼ਾਇਰ ਸੀਗੀ ਕਿ ਮੈਂ ਇਸ ਤਰੀਕੇ ਦਾ ਜੀਵਨ ਬਤੀਤ ਕਰਾਂ, ਜਿਸ ਤਰੀਕੇ ਦਾ ਪਰਮਾਤਮਾ ਨੇ ਮੇਰੇ ਲਈ ਸੋਚਿਆ ਸੀ। ਉਹ ਜੀਵਨ, ਉਹ ਡਿਜ਼ਾਇਰ ਪਰਮਾਤਮਾ ਦੀ ਸੀ। ਇਹ ਰਸਤਾ ਮੈਂ ਨਹੀਂ ਚੁਣਿਆ, ਪਰਮਾਤਮਾ ਨੇ ਮੇਰੇ ਲਈ ਇਹ ਸਾਰੀਆਂ ਚੀਜ਼ਾਂ ਚੁਣ ਕੇ ਸੋਚ ਸਮਝ ਕੇ ਰੱਖੀਆਂ ਹੋਈਆਂ ਸੀ। ਹੁਣ ਮੇਰੇ ਲਈ ਚੁਣਾਵ ਕੀ ਹੈ ਕਿ ਜਿਹੜਾ ਰਸਤਾ ਮੇਰੇ ਮਾਲਕ ਨੇ ਮੇਰੇ ਲਈ ਸੋਚਿਆ ਹੈ, ਜਾਂ ਤਾਂ ਮੈਂ ਉਹਦੇ ਉੱਤੇ ਰੋਂਦੀ ਪਿੱਟਦੀ, ਗਾਲਾਂ ਕੱਢਦੀ, ਕਲੇਸ਼ ਕਰਦੀ, ਬਾਬਾ ਜੀ ਇਹ ਕੀ ਹੋ ਗਿਆ, ਇਹ ਕੀ ਕਰਤਾ, ਇਹ ਕੀ ਕਰਤਾ, ਜਾਂ ਤਾਂ ਮੈਂ ਰੋਂਦੀ ਪਿੱਟਦੀ ਉਸ ਰਸਤੇ ਤੇ ਚੱਲਾਂ। ਔਰ ਯਾਦ ਕੀ ਰੱਖਾਂਗੀ ਕਿ ਜਿਹੜੀਆਂ ਜੋ ਦर्रे ਹੁੰਦੇ ਨੇ दर्रे, ਉਹਦੇ ਵਿੱਚ ਇੱਕ ਸੂਰਜ ਦੀ ਰੋਸ਼ਨੀ ਨਹੀਂ ਪੈਂਦੀ। ਜਿੱਥੇ ਰੁਕਾਵਟ ਹੋਏਗੀ ਉੱਥੇ ਪਰਮਾਤਮਾ ਦੀ ਸੂਰਜ ਦੀ ਰੋਸ਼ਨੀ ਨਹੀਂ ਪੈ ਸਕਦੀ। ਲੇਕਿਨ ਅਗਰ ਮੈਂ ਇਹ ਸੋਚ ਲਿਆ ਕਿ ਯਾਨੀ ਮੈਂ ਪ੍ਰਤੀਰੋਧ ਦਾ ਰਸਤਾ ਚੁਣਿਆ ਕਿ ਮੈਂ ਗੁੱਸਾ ਗਿਲਾ ਕਰਨਾ ਹੈ, ਸਭ ਕੁਝ ਕਰਨਾ ਹੈ, ਜਾਂ ਮੈਂ ਇਹ ਸੋਚ ਲਵਾਂ ਕਿ ਠੀਕ ਹੈ ਪਰਮਾਤਮਾ ਨੇ ਤੇ ਮੇਰੇ ਲਈ ਇੱਕ ਚੀਜ਼ ਸੋਚੀ ਹੋਈ ਹੈ, ਔਰ ਮੈਂ ਹੁਣ ਉਸ ਰਸਤੇ ਦੇ ਉੱਤੇ ਵਿਨम्रता ਦੇ ਨਾਲ ਸਰੈਂਡਰ ਦੇ ਮੂਡ ਕੇ ਠੀਕ ਹੈ ਬਾਬਾ ਜੀ ਤੇਰਾ ਕੀਆ ਮੀਠਾ ਲੱਗੇ, ਜੋ ਤੈਨੂੰ ਲੱਗਦਾ ਤੂੰ ਮੇਰੇ ਤੋਂ ਕਰਵਾ ਲੈ। ਰਸਤੇ ਤੇ ਤਾਂ ਉਸੇ ਤੇ ਚੱਲਾਂਗੇ, ਔਰ ਉਸ ਰਸਤੇ ਤੇ ਮੈਂ ਚੱਲਣਾ ਸ਼ੁਰੂ ਕਰ ਦੇਣੀ ਆ। ਕਿਉਂਕਿ ਇਹ ਸਮਝ ਨਾਲ ਰੱਖਦੀ ਹੈ ਕਿ ਜਦੋਂ ਇਹ ਰਸਤਾ ਖਤਮ ਹੋਏਗਾ, ਰਸਤੇ ਦੇ ਐਂਡ ਵਿੱਚ ਮੈਂ ਹੋਰ ਜ਼ਿਆਦਾ ਸਮਝਦਾਰ ਹੋ ਜਾਵਾਂਗੀ, ਹੋਰ ਜ਼ਿਆਦਾ ਮੈਂ ਸੌਫਟ ਹੋ ਜਾਵਾਂਗੀ, ਹੋਰ ਜ਼ਿਆਦਾ ਮੈਂ ਈਸ਼ਵਰ ਦੀ ਕੁਆਲਿਟੀਜ਼ ਨਾਲ ਭਰ ਜਾਵਾਂਗੀ। ਕਿਉਂਕਿ ਮੈਂ ਯਾਦ ਕੀ ਰੱਖਣਾ ਹੈ ਕਿ ਮੈਂ ਰਸਤੇ ਨੂੰ ਨਹੀਂ ਚੁਣਿਆ, ਰਸਤੇ ਨੇ ਮੈਨੂੰ ਚੁਣਿਆ। ਮੇਰਾ ਹੱਥ ਤੱਕ ਇਹ ਹੈ ਕਿ ਮੈਂ ਉਸ ਰਸਤੇ ਤੇ ਚੱਲਣਾ ਕਿਸ ਤਰ੍ਹਾਂ ਹੈ। ਇਹ ਚੁਣਨਾ ਖਾਲੀ ਮੇਰੇ, ਮੈਂ ਰੋ ਧੋ ਕੇ ਚੱਲਣਾ ਜਾਂ ਖੁਸ਼ੀ ਦੇ ਨਾਲ ਚੱਲਣਾ, ਇਹ ਮੇਰੀ ਚॉइस ਹੈ। ਇਹਦੇ ਚ ਕੋਈ ਕੁਝ ਨਹੀਂ ਕਰ ਸਕਦਾ, ਇਹ ਮੇਰੀ ਆਪਣੀ ਚॉइस ਹੈਗੀ ਹੈ ਨਾ। ਤੇ ਹੁਣ ਫਾਰਮੂਲਾ ਹੁਣ ਅਸੀਂ ਸਿੱਖਾਂਗੇ। ਫਾਰਮੂਲਾ ਜਿਸ ਤਰ੍ਹਾਂ ਹੁਣ ਕਹਿ ਦਿੱਤਾ ਕਿ 7 ਸੈਂਟੈਂਸ ਨੇ, 7 ਸੈਂਟੈਂਸ ਵੀ ਨਹੀਂ, 7 ਸ਼ਬਦ ਨੇ। ਇਹਨਾਂ ਸ਼ਬਦਾਂ ਦੇ ਨਾਲ ਅਸੀਂ ਇੱਕ ਗੱਡੀ ਤਿਆਰ ਕਰਾਂਗੇ, ਜਿਸ ਗੱਡੀ ਦੇ ਉੱਤੇ ਬੈਠ ਕੇ ਅਸੀਂ ਯਾਤਰਾ ਕਰਾਂਗੇ, ਤਾਂ ਕਿ ਜੋ ਪਰਮਾਤਮਾ ਨੇ ਮੇਰੇ ਲਈ ਸੋਚਿਆ ਉਹ ਚੀਜ਼ਾਂ ਹੋ ਜਾਣ। ਦੇਖੋ ਅਸੀਂ ਚੀਕੂ ਦਾ ਐਗਜ਼ਾਮਪਲ ਲਿਆ ਸੀ, ਚੀਕੂ ਦੇ ਬੀਜ ਨੂੰ ਕੋਈ ਆਬਜੈਕਸ਼ਨ ਨਹੀਂ ਹੈ ਕਿ ਉਹ 10 ਦਿਨਾਂ ਚ ਉਗਦਾ, 15 ਦਿਨਾਂ ਚ ਉਗਦਾ। ਉਹ ਮਿੱਟੀ ਦੇ ਅੰਦਰ ਬੈਠ ਗਿਆ ਤੇ ਸ਼ਾਂਤੀ ਨਾਲ ਬੈਠਾ ਹੋਇਆ ਪੇੜ ਤੋਂ ਉਤਰ ਕੇ, ਐਡੀ ਖੂਬਸੂਰਤ ਜਗ੍ਹਾ। ਲੇਕਿਨ ਸਾਡੇ ਚ ਕੀ ਹੈ, ਕਿਉਂਕਿ ਥਾਟ ਪ੍ਰੋਸੈਸ ਹੈ ਨਾ, ਅਸੀਂ ਲੋਕਾਂ ਨੇ ਬੋਲਣਾ ਸ਼ੁਰੂ ਕਰ ਦਿੰਦੇ ਹਾਂ, ਅਸੀਂ ਲੋਕ ਇਰੀਟੇਟ ਹੋਣਾ ਸ਼ੁਰੂ ਕਰ ਦਿੰਦੇ ਹਾਂ। ਤੇ
ਚੀਕੂ ਨਹੀਂ ਕਰਦਾ, ਚੀਂਟੀ ਨਹੀਂ ਕਰਦੀ, पेड़ पक्षी कुछ कोई भी नहीं ਉਹਦੇ ਚ ਕਰਦਾ ਤੋਲ ਮੋਲ ਕਿਸੇ ਵੀ ਚੀਜ਼ ਦੀ, ਕੁਝ ਨਹੀਂ ਕਰਦਾ, ਐਜ਼ ਇਟ ਇਜ਼, ਕਿਉਂਕਿ ਉਹਨਾਂ ਚ ਸਮਝ ਹੈ, ਥਾਟ ਪ੍ਰੋਸੈਸ ਨਹੀਂ ਹੈ। ਸਮਝਦਾਰੀ ਤਾਂ ਹੈ, ਚੀਂਟੀ ਨੂੰ ਪਤਾ ਉਹਨੇ ਕਿਸ ਤਰ੍ਹਾਂ ਚੱਲਣਾ ਹੈ। ਅੱਜ ਤੋਂ 50 ਸਾਲ ਪਹਿਲੇ ਵੀ ਜਿਸ ਤਰ੍ਹਾਂ ਚੀਂਟੀ ਚੱਲਦੀ ਸੀ ਮੈਨੂੰ ਯਾਦ ਹੈ, ਅੱਜ ਵੀ ਉਸ ਤਰ੍ਹਾਂ ਹੀ ਚੱਲਦੀ ਹੈ। ਕਿੰਨੀ ਖੂਬਸੂਰਤ ਪ੍ਰੋਸੈਸ ਦੇ ਨਾਲ ਚਿੜੀਆਂ ਤੋਤੇ ਜੋ ਕੁਝ ਪਹਿਲੇ ਕਰ ਰਹੇ ਸੀ ਅੱਜ ਵੀ ਉਸ ਤਰ੍ਹਾਂ ਹੀ ਕਰ ਰਹੇ ਨੇ। ਲੇਕਿਨ ਸਾਡੇ ਕੋਲ ਸਮਝ ਹੋਣ ਦੇ ਖਾਤਰ ਅਸੀਂ ਲੋਕਾਂ ਨੇ ਰੋਣਾ ਧੋਣਾ ਸ਼ੁਰੂ ਕਰ ਦਿੱਤਾ, ਕਿਉਂਕਿ ਇਨਸੀਡੈਂਟ ਹੈ, घटना है, घटना तो आएगी ही, घटना ਨੂੰ ਅਸੀਂ ਰੋਕ ਨਹੀਂ ਸਕਦੇ। ਇਨਸੀਡੈਂਟ ਜ਼ਿੰਦਗੀ ਦੇ ਵਿੱਚ ਆਣਗੇ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ, ਲੇਕਿਨ ਉਸ ਇਨਸੀਡੈਂਟ ਦੇ ਵਿੱਚ ਮੈਂ ਕੀ ਐਕਸਪੀਰੀਅੰਸ ਕਰਨਾ ਚਾਹ ਰਹੀ ਹਾਂ, ਮੈਂ ਕੀ ਐਕਸਪਲੋਰ ਕਰਨਾ ਚਾਹ ਰਹੀ ਹਾਂ, ਇਹ ਚੁਣਨਾ ਮੇਰੇ ਹੱਥ ਦੇ ਵਿੱਚ ਹੈ। ਚਾਹੇ ਤਾਂ ਮੈਂ ਐਕਸਪਲੋਰ ਕਰ ਰਹੀ ਹਾਂ ਕਿ ਚਲੋ ਵੀ ਇਨਸੀਡੈਂਟ ਜਿਹੜਾ ਮਰਜ਼ੀ ਆ ਗਿਆ, ਮੈਂ ਤਾਂ ਇਹਦੇ ਚ ਆਨੰਦ ਨੂੰ ਹੀ ਲੱਭਣਾ, ਮੈਂ ਇਹਦੇ ਚ ਬਲਿਸ ਨੂੰ ਹੀ ਲੱਭਣਾ, ਕਿਉਂਕਿ ਪਰਮਾਤਮਾ ਮੇਰੇ ਕੋਲ ਇਹੀ ਚਾਹੁੰਦਾ ਹੈ। ਤੇ ਮੈਂ ਹਰ ਘਟਨਾ ਦੇ ਵਿੱਚ ਜਿਹੜਾ ਆਪਣਾ ਰਿਸਪੌਂਸ ਹੋਏਗਾ ਉਹਨੂੰ ਚੇਂਜ ਕਰਦੀ ਚਲੀ ਜਾਵਾਂਗੀ, ਯਾਨੀ ਉਸ ਰਸਤੇ ਨੂੰ ਅਸੈਪਟ ਕਰਦੀ ਜਾਵਾਂਗੀ ਜਿਹੜੇ ਮਾਲਕ ਨੇ ਮੇਰੇ ਲਈ ਚੁਣਿਆ, ਜਾਂ ਮੈਂ ਰੋ ਧੋ ਕੇ ਚੁਣਾਂਗੀ। ਲੇਕਿਨ ਹੁਣ ਅਸੀਂ ਡਿਸਾਈਡ ਕੀ ਕੀਤਾ, ਕਿਉਂਕਿ ਅਸੀਂ ਹੁਣ ਪਰਮਾਤਮਾ ਦੇ ਰਸਤੇ ਤੇ ਉੱਤੇ ਚੱਲਣ ਦਾ ਡਿਸਾਈਡ ਕਰ ਲਿਆ, ਤਾਂ ਹੀ ਤਾਂ ਇਸ ਬੁੱਕ ਦੇ ਨਾਲ ਅਸੀਂ ਜੁੜੇ ਹਾਂ, ਤਾਂ ਹੀ ਤਾਂ ਇੱਥੇ ਅੱਜ ਅਸੀਂ ਬੈਠੇ ਹਾਂ। ਔਰ ਇਹ 7 ਸ਼ਬਦ ਨੇ ਜਿਨ੍ਹਾਂ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ। ਉਹ 7 ਸ਼ਬਦ ਕੀ ਨੇ, ਬੜੇ ਖੂਬਸੂਰਤ ਜਿਹੇ ਨੇ। ਪਹਿਲੇ ਮੈਂ ਇੰਗਲਿਸ਼ ਚ ਬੋਲਾਂਗੀ, ਫਿਰ ਉਹਨੂੰ ਬੋਲਗੀ। God and I claim and accept thoughts with forgiveness and thanks. आमीन। आमीन क्योंकि ਉਹਨਾਂ ਤੋਂ ਆਇਆ, ਕ੍ਰਿਸਚਨ ਉਹਨਾਂ ਦੇ ਤੋਂ ਆਇਆ, ਤਾਂ ਆਮੀਨ ਸ਼ਬਦ ਆ ਗਿਆ ਹੈ। ਹੁਣ ਪੰਜਾਬੀ ਦੇ ਵਿੱਚ ਹੋ ਗਿਆ, ਪਰਮਾਤਮਾ ਤੇ ਮੈਂ ਦਾਵਾ ਕਰਦੇ ਹਾਂ ਤੇ ਸਵੀਕਾਰ ਕਰਦੇ ਹਾਂ ਵਿਚਾਰਾਂ ਨੂੰ ਮਾਫੀ ਦੇ ਨਾਲ ਤੇ ਧੰਨਵਾਦ ਦੇ ਨਾਲ। ਆਮੀਨ। ਜਾਂ ਅਸੀਂ ਨੂੰ ਇਸ ਤਰ੍ਹਾਂ ਕਹਿ ਲਈਏ, ਇਹ ਮੈਂ ਜਦੋਂ ਇਹਦਾ ਟਾਈਮ ਆਏਗਾ ਉਦੋਂ ਹੀ ਗੱਲ ਕਰਾਂਗੇ, ਫਿਲਹਾਲ ਆਮੀਨ। ਹੁਣ ਇੱਥੇ ਸ਼ਬਦ ਆਇਆ ਗॉड, दूसरा शब्द आया आई, तीसरा शब्द आया क्लेम एंड एक्सेप्ट, चौथा आ गया थॉट्स, फिर आ गया फॉरगिवनेस, फिर आ गया थैंक्स, और उस तो बाद आ गया आमीन। हुण असी एक एक शब्द नूं, जिहड़ा शब्द है गॉड, इन्हां नूं असी आराम दे नाल धीरे धीरे अगे वध के पढ़दे हां, और एंड दे विच असी इह वी समझांगे कि सानूं गुरु साहब ने इह शब्दां दे राहीं ऑलरेडी साडे कोल गाइडेंस है, ਉਹਦੇ ਬਾਰੇ ਅਸੀਂ ਐਂਡ ਦੇ ਵਿੱਚ ਗੱਲ ਕਰਾਂਗੇ। ਫਿਲਹਾਲ ਅਸੀਂ ਬੁੱਕ ਦੀ ਗੱਲ ਕਰ ਰਹੇ ਹਾਂ। ਹੁਣ ਇਹ ਜਿਹੜਾ ਫਾਰਮੂਲੇ ਦਾ ਜਿਹੜੇ ਇਹ 7 ਸ਼ਬਦ ਨੇ, ਇਹ ਆਪਣੇ ਆਪ ਦੇ ਵਿੱਚ ਕੰਪਲੀਟ ਪੈਕੇਜ ਹੈ, ਇੱਕ ਇੱਕ ਸ਼ਬਦ। ਔਰ ਇਹ ਫਾਰਮੂਲਾ ਇਹ ਸਾਨੂੰ ਇੱਕ ਫੁੱਲ ਪ੍ਰੂਫ ਇੱਕ ਗੱਡੀ ਬਣਾ ਕੇ ਸਾਨੂੰ ਦੇ ਦੇਗਾ। ਜਿਸ ਤਰ੍ਹਾਂ ਇੱਕ ਗੱਡੀ ਕਾਰ ਚਾਹੀਦੀ ਹੈ, ਕਾਰ ਦੇ ਅੰਦਰ ਡਰਾਈਵਰ ਵੀ ਚਾਹੀਦਾ, ਫਿਊਲ ਵੀ ਚਾਹੀਦਾ, ਸਾਨੂੰ ਕਿਸ ਰਸਤੇ ਤੇ ਜਾਣਾ, ਉਹ ਸਾਰੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ, ਤਦ ਮੈਂ ਉਸ ਕਾਰ ਦੇ ਵਿੱਚ ਸਫ਼ਰ ਕਰਨ ਲਾਇਕ ਹੋਵਾਂਗੀ। ਅਗਰ ਕਾਰ ਹੈ और अगर पेट्रोल नहीं है तब भी बेकार है, अगर कार है मेरे को नॉलेज नहीं है चलान दी, या मेरे को ड्राइवर नहीं है तब भी मेरे को बेकार है। तो ये 7 चीज़ां जड़ियां ने, मैनू जिस गड्डी दे विच मैं सफर करना है, अपनी सोल दी जर्नी करनी है या इनर जर्नी करनी है, ਇਹਦੇ ਲਈ 7 ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਕਿਸ ਤਰੀਕੇ ਦੇ ਨਾਲ ਇਹਨੂੰ ਅਸੀਂ ਪ੍ਰੈਕਟਿਸ ਕਰਕੇ ਅੱਜ ਸਿੱਖਣ ਵਾਲੇ ਹਾਂ। ਇਸ ਹਫਤੇ ਜਿਹੜਾ ਅਸੀਂ ਸਿੱਖਣਾ ਹੈ ਇਸ ਫਾਰਮੂਲੇ ਦੇ ਨਾਲ, फॉर एग्जाम्पल से ਅਸੀਂ ਸੈਲਫ ਅਸੈਪਟੈਂਸ ਸਿੱਖਾਂਗੇ, ਖੁਦ ਨੂੰ ਸਵੀਕਾਰ ਕਰਨਾ, ਕਿਉਂਕਿ ਮੈਂ ਈਸ਼ਵਰ ਦਾ ਅੰਸ਼ ਹਾਂ। ਇਹ ਮੈਂ ਸੁਣਿਆ ਹੋਇਆ, ਹੁਣ ਤੱਕ ਖੈਰ ਸੁਣਿਆ ਨਹੀਂ ਹੈ, ਹੁਣ ਤਾਂ ਮੈਂ ਸਮਝ ਵੀ ਲਿਆ, ਕਿਉਂਕਿ ਮੈਂ ਹੁਣ 9 ਹਫ਼ਤੇ ਕੀਤੀ ਹੈ, ਔਰ ਹੁਣ ਮੈਂ ਇਹਨੂੰ ਸਮਝ ਲਿਆ ਕਿ ਮੈਂ ਪਰਮਾਤਮਾ ਦਾ ਅੰਸ਼ ਹਾਂ, ਔਰ ਇਹਨੂੰ ਮੈਂ ਪ੍ਰੈਕਟਿਸ ਕਰਨੀ ਹੈ। ਔਰ ਸੈਲਫ ਨੂੰ ਅਸੈਪਟ ਕਰਨਾ, ਸੈਲਫ ਮੀਨਸ ਉਹ ਈਸ਼ਵਰ ਨੂੰ, ਉਸ ਹਾਇਰ ਸੈਲਫ ਨੂੰ, ਉਹਨੂੰ ਮੈਂ ਸਵੀਕਾਰ ਕਿਸ ਤਰ੍ਹਾਂ ਕਰਨਾ ਹੈ। तो ਸੈਲਫ ਅਸੈਪਟੈਂਸ ਨੂੰ ਮੈਂ ਅੱਜ ਸਿੱਖਣ ਵਾਲੀ ਹਾਂ। ਸੈਲਫ ਅਸੈਪਟੈਂਸ ਜਿਹੜੀ ਹੈ ਇਹ ਇਸ ਕੋਰਸ ਦਾ ਐਂਡ ਪ੍ਰੋਡਕਟ ਅਸੀਂ ਕਹਿ ਲਈਏ, ਜਿਹਨੂੰ ਕਹਿੰਦੇ ਨਾ ਕਿ ਪੂਰਾ ਕਰਨ ਤੋਂ ਬਾਅਦ ਮੈਨੂੰ ਅਖੀਰ ਚ ਮਿਲੇਗਾ, ਕੀ ਅਖੀਰ ਚ ਮੇਰੇ ਕੋਲ ਕੀ ਹਾਸਲ ਹੋਏਗਾ, ਇਹ ਐਂਡ ਪ੍ਰੋਡਕਟ ਹੈ ਸੈਲਫ ਅਸੈਪਟੈਂਸ। ਅਗਰ ਮੈਂ ਆਪਣੇ ਆਪ ਨੂੰ ਐਜ਼ ਇਟ ਇਜ਼ ਸਵੀਕਾਰ ਕਰ ਲਿਆ, ਐਜ਼ ਅ ਬੋਡੀ ਨਹੀਂ, ਐਜ਼ ਅ ਹਿਊਮਨ ਬੀਇੰਗ, ਖਾਲੀ शरीर नहीं, बीइंग, मैं हाँ वो चीज दे अंदर, मेरे अंदर वो चीज है। जिस तरह चीकू के बीज दे अंदर ऑलरेडी वो पोटेंशियल है, तो मेरे अंदर भी वो सारा पोटेंशियल है जो परमात्मा ने मैनू बनाने दे वक्त, मैनू गढ़न दे वक्त सोचा सीगा कि हाँ भी ए जड़ा मैं एक चीज क्रिएट कर रहा इंसान,
ਇੱਕ ਇਸਤਰੀ ਜਾਂ ਪੁਰਸ਼ ਜੋ ਵੀ ਹੈ ਉਹ ਇਸ ਤਰੀਕੇ ਦਾ ਹੋਏਗਾ। ਇਹ ਚੀਜ਼ਾਂ ਮੈਂ ਸਾਰੀਆਂ ਉਹਦੇ ਲਈ ਬਣਾਈਆਂ। ਧਰਤੀ ਦੇ ਉੱਤੇ ਦੇਖੋ ਕਿੰਨੀ ਖੂਬਸੂਰਤ ਧਰਤੀ, ਹਵਾ, ਆਕਾਸ਼, ਵਾਯੂ, ਇੰਨੇ ਪੇੜ ਪੌਦੇ, ਫਲ ਫਰੂਟ, ਦੁਨੀਆ ਦੀ ਹਰ ਚੀਜ਼ ਉਹਨੇ ਸਾਡੇ ਲਈ ਬਣਾ ਕੇ ਰੱਖ ਦਿੱਤੀ ਕਿ ਮੇਰੇ ਬੱਚੇ ਜਿਹੜੇ ਧਰਤੀ ਤੇ ਜਾਣਗੇ ਉਹਨਾਂ ਨੂੰ ਇਹ ਸਾਰੀਆਂ ਸੁਵਿਧਾਵਾਂ ਮਿਲਣ। ਠੀਕ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਲਈ ਸੋਚਦੇ ਹਾਂ ਕਿ ਮੇਰਾ ਬੱਚਾ ਹੁਣ ਸਕੂਲ ਜਾਏਗਾ ਜਾਂ ਘਰ ਤੋਂ ਬਾਹਰ ਜਾਏਗਾ ਜਾਂ ਘਰ ਦੇ ਵਿੱਚ ਆਏਗਾ ਤੇ ਇਹ ਸਾਰੀਆਂ ਚੀਜ਼ਾਂ ਮੈਂ ਉਹਦੇ ਲਈ ਤਿਆਰ ਕਰਕੇ ਰੱਖਣੀਆਂ ਨੇ। ਸਾਡੇ ਪਰਮਾਤਮਾ ਨੇ ਸਾਡੇ ਲਈ ਹਰ ਉਹ ਖੂਬਸੂਰਤ ਚੀਜ਼ ਸਾਡੇ ਲਈ ਤਿਆਰ ਕਰਕੇ ਰੱਖੀ ਹੋਈ ਹੈ। ਔਰ ਅਸੀਂ ਹੁਣ ਇਸ ਧਰਤੀ ਦਾ ਜਿਹੜਾ ਏਮ ਹੈ ਸੈਲਫ ਅਸੈਪਟੈਂਸ, ਆਪਣੇ ਆਪ ਨੂੰ ਜਾਣਨਾ, ਆਪਣੇ ਆਪ ਨੂੰ ਸਵੀਕਾਰ ਕਰਨਾ, ਇਹੀ ਸਾਡਾ ਐਂਡ ਪ੍ਰੋਡਕਟ ਹੈ ਇਸ ਕੋਰਸ ਦਾ। ਹੁਣ ਅਸੀਂ ਆ ਜਾਂਦੇ ਹਾਂ ਕਿ ਗੋਡ ਐਂਡ ਆਈ ਕ੍ਰੀਏਟਿੰਗ ਫਾਰਮੂਲਾ ਜਿਹੜਾ ਹੈ, ਹਾਂਜੀ ਉਹ ਹੋ ਗਿਆ ਕਿ ਗੋਡ ਐਂਡ ਆਈ ਕਲੇਮ ਐਂਡ ਐਕਸੈਪਟ ਥॉट्स विद फॉरगिवनेस एंड थैंक्स। तो पहला आ गया गॉड, परमात्मा। ते ਅਸੀਂ पढ़ ही चुके हैं परमात्मा प्यार है, परमात्मा प्रकाश है, परमात्मा हैप्पीनेस है, परमात्मा ब्लिस है। वो एक ऑल नोइंग इंटेलिजेंस है। ऑल नोइंग इंटेलिजेंस ਨੂੰ ਅਸੀਂ ਇਸ ਤਰ੍ਹਾਂ ਸਮਝ ਲਈਏ, ਅੱਜ ਫਿਰ ਮੇਰੇ ਸ਼ਾयद 2-4 ਮਿੰਟ ਥੋੜਾ ਅੱਗੇ ਹੋ ਜਾਏਗਾ। ऑल नोइंग इंटेलिजेंस ਨੂੰ ਅਸੀਂ ਇਸ ਤਰ੍ਹਾਂ ਸਮਝੀਏ कि जिस तरह ਹੁਣ ਮੇਰੀ 60 ਦੀ ਏਜ ਹੈ, ਬਚਪਨ ਦੇ ਕੁਝ ਇੱਕ ਸਾਲਾਂ ਨੂੰ ਛੋੜ ਕੇ ਤੁਸੀਂ ਮੈਨੂੰ 60 ਦੀ ਏਜ ਦੇ ਵਿੱਚੋਂ ਜੋ ਕੁਝ ਤੁਸੀਂ ਮੈਨੂੰ ਪੁੱਛਣਾ ਚਾਹੋਗੇ, ਮੈਂ ਯਾਦ ਕਰਨਾ ਚਾਹੂੰਗੀ, ਮੈਨੂੰ ਬਰਾਬਰ ਯਾਦ ਹੈ ਮੈਂ 60 ਸਾਲ ਕਿਸ ਤਰ੍ਹਾਂ ਬਿਤਾਏ। ਮੇਰੇ ਲਈ ਈਜ਼ੀ ਹੈ, ਮੈਂ ਦੱਸ ਸਕਦੀ ਮੈਂ ਇਸ ਪੜ੍ਹੀ, ਇੱਥੇ ਪੜ੍ਹੀ, ਇੰਜ ਕੀਤਾ, ਮੇਰੇ ਲਈ ਸਾਰਾ ਕੁਝ ਈਜ਼ੀ ਹੈ ਦੱਸਣਾ। ਠੀਕ ਇਸੇ ਤਰੀਕੇ ਨਾਲ ਜੋ ਮੇਰੇ ਅੰਦਰ ਦੀ ਬੀਇੰਗ ਹੈ ਉਹਨੂੰ ਸਭ ਕੁਝ ਪਤਾ, ਜਦੋਂ ਤੋਂ ਓਰੀਜਨ ਹੋਇਆ, ਜਦੋਂ ਤੋਂ ਇਹ ਧਰਤੀ ਬਣੀ ਉਦੋਂ ਦੀ ਉਹਨੂੰ ਹਰ ਚੀਜ਼ ਉਹਨੂੰ ਪਤਾ ਹੈ। ਵੱਖਰੀ ਗੱਲ ਹੈ ਭੁੱਲ ਗਈ ਹੈ, ਮੈਂ ਵੀ 60 ਸਾਲਾਂ 'ਚ ਬਹੁਤ ਕੁਝ ਭੁੱਲ ਗਈ ਹੋਵਾਂਗੀ, ਤੇ ਮੈਨੂੰ ਕਿਸੇ ਨਾ ਕਿਤੋਂ ਅੱਖ ਬੰਦ ਕਰਾਂਗੀ, ਯਾਦ ਕਰਾਂਗੀ, ਜਾਂ ਮੈਂ ਕਿਸੇ ਤਰੀਕੇ ਨਾਲ ਰਿਮੈਂਬਰੈਂਸ ਜਾਵਾਂਗੀ, ਕੋਈ ਆਏਗਾ, ਕੋਈ ਦੂਸਰਾ ਮੈਨੂੰ ਯਾਦ ਕਰੇਗਾ, ਯਾਦ ਕਰ ਲਾਂਗੀ ਮੈਂ ਪ੍ਰੋਸੈਸ ਦੇ ਵਿੱਚ, ਹਰ ਚੀਜ਼ ਮੈਨੂੰ ਯਾਦ ਆ ਜਾਏਗੀ। ਠੀਕ ਇਸੇ ਤਰੀਕੇ ਦੇ ਨਾਲ ਮੈਂ ਆਲ ਨੋਇੰਗ ਇੰਟੈਲੀਜੈਂਸ ਦੇ ਨਾਲ ਜੁੜੀ ਹੋਈ ਹਾਂ। ਇਹ परमात्मा ਦੀ ਖੂਬੀ ਹੈ ਜਿਹੜੀ परमात्मा ਦੀ है। और परमात्मा हर जगह पे प्रेजेंट भी, वो परफेक्शन है, वो शांति है, वो जेंटलनेस है, वो एक इनफाइनाइट एनर्जी है। गॉड इज अबंडेंस। और सब तो बड़ी गल, गॉड इज नॉन जजमेंटल। ਇਹ ਸਾਰੇ ਗੁਣ ਨੇ। ਹੁਣ ਇਹ ਸਾਰੇ ਜਿਹੜੇ ਗੁਣ ਨੇ ਅਕਾਲ ਪੁਰਖ ਦੇ, ਸਰਵਸ਼ਕਤੀਮਾਨ ਦੇ, ਉਸ ਆਤਮਾ ਦੇ, ਉਹਨਾਂ ਸਾਰੇ ਗੁਣਾਂ ਨੂੰ ਮੈਂ ਕੀ ਕਰਨਾ ਹੈ, ਆਪਣੇ ਅੰਦਰ ਫੀਲ ਕਰਨਾ ਹੈ। ਰੈਂਡਮਲੀ ਕੋਈ ਵੀ ਮੈਂ ਗੁਣ ਚੁਣ ਸਕਦੀ ਹਾਂ, ਜ਼ਰੂਰੀ ਨਹੀਂ ਹੈ ਕਿ ਜਿਹੜਾ ਵੀ ਮੇਰੇ ਯਾਦ ਆਉਂਦਾ ਜਾਂ ਮੈਂ ਚਾਹੁੰਦੀ ਹਾਂ ਕਿ ਇਹ ਕੁਆਲਿਟੀ ਪਰਮਾਤਮਾ ਦੀ ਮੇਰੇ ਅੰਦਰ ਆ ਜਾਏ, ਉਸ ਕੁਆਲਿਟੀ ਨੂੰ ਮੈਂ ਯਾਦ ਕਰਾਂਗੀ, ਉਸ ਕੁਆਲਿਟੀ ਨੂੰ ਮੈਂ ਫੀਲ ਕਰਾਂਗੀ। ਫੀਲ ਕਿੱਥੇ ਕਰਾਂਗੀ? ਆਪਣੇ ਹਿਰਦੇ ਦੇ ਵਿੱਚ। ਬੁੱਧੀ ਦੇ ਨਾਲ ਤਾਂ ਮੈਂ ਸੋਚ ਲਿਆ, ਬੁੱਧੀ ਦੇ ਨਾਲ ਬਹੁਤ ਕੁਝ ਪੜ੍ਹ ਲਿਆ, ਬਹੁਤ ਕੁਝ ਮੈਨੂੰ ਪਤਾ ਹੈ, ਸਭ ਕੁਝ ਜਾਣਦੀ ਹਾਂ ਮੈਂ ਬੁੱਧੀ ਦੇ ਨਾਲ, ਬੋਲਦੀ ਵੀ ਹਾਂ, ਲੇਕਿਨ ਉਹਨੂੰ ਮੈਂ ਹਿਰਦੇ ਦੇ ਨਾਲ ਹਰ ਕੁਆਲਿਟੀ ਨੂੰ ਫੀਲ ਕਰਾਂਗੀ। ਜਦੋਂ ਮੈਂ ਹਿਰਦੇ ਦੇ ਨਾਲ ਕੁਆਲਿਟੀ ਨੂੰ ਫੀਲ ਕਰਾਂਗੀ, ਮੇਰੇ ਹਿਰਦੇ ਦੇ ਵਿੱਚ ਇੱਕ ਅਜੀਬ, ਇੱਕ ਖੂਬਸੂਰਤ ਜੀ ਸੈਂਸੇਸ਼ਨ ਉੱਠਣੀ ਸ਼ੁਰੂ ਹੋ ਜਾਏਗੀ, ਔਰ ਮੈਂ ਉਸ ਗੁਣ ਨੂੰ ਫੀਲ ਕਰਨਾ ਸ਼ੁਰੂ ਕਰ ਦਾਂਗੀ, ਪਰਮਾਤਮਾ ਦੇ ਗੁਣ ਨੂੰ ਆਪਣੇ ਅੰਦਰ। फिर दूसरा शब्द आ जाता है आई, गॉड एंड आई, मैं। हुण मैं जदों मैं अपने बारे सोचना है, सोचना नहीं है, फील करना है, फील करना। मैं अपने हिरदे की गहराई दे विच जाके फिर मैं अपने, क्योंकि असी अपने हिरदे नूं एक्सपैंड कर रहे हैं, कुछ नहीं कर रहे, मैं अपने हिरदे ते जाके अपने आप को महसूस करना है। अच्छा हुण मैं कौन हाँ? मैं भी उस परमात्मा दी इमेज हाँ, परमात्मा दा ही रूप हाँ। ते हुण अगर मैं परमात्मा दी रूप हाँ, ते जितने भी परमात्मा दे गुण ने वो सारे गुण मेरे ने। जितने भी गुण, अबंडेंस दा ले लईए, परफेक्शन दा ले लईए, हेल्थ ले लईए, वेल्थ ले लईए, लव ले लईए, ब्लिस ले लईए, जो कुछ भी वो मेरे गुण ने। और मैं ए सारे गुणा दे नाल एक हाँ, क्योंकि मैं परमात्मा दी बच्ची हाँ, ते परमात्मा दी हर चीज मेरी है। जिस तरह मेरे माँ बाप दी हर चीज मेरी है, या मेरी हर चीज मेरे बच्चों दी है, उन्हां नूं अथॉरिटी है मेरे बच्चों नूं कि मेरी हर चीज ते उन्हां दा हक है ना। वो क्लेम करदे, सॉरी फिलहाल क्लेम शब्द असीं यूज नहीं करदे, ए उन्हां दी ओ एक हो चुके ने, फील कर चुके ने उन्हां गुणां नूं, है ना। और ਅਸੀਂ ਕਹਿੰਦੇ ਕਿ ਬੱਚਾ ਮਾਂ ਪਰ, ਕਿਉਂਕਿ ਕੱਲ ਵੀ ਮੇਰੇ ਘਰ ਗੈਸਟ ਆਏ ਸੀ, ਅਸੀਂ ਪਿਕਚਰਸ ਦੇਖ ਰਹੇ ਸੀ ਕਿ ਮੇਰੀ ਛੋਟੀ ਜਿਹੜੀ ਬੇਟੀ ਹੈ ਉਹ ਬਿਲਕੁਲ ਡਿਟੋ ਆਪਣੀ ਮਾਂ ਵਰਗੀ ਹੈ। ਇਹ ਕਿੰਨੇ ਦਿੱਤਾ ਉਹਨੂੰ? ਉਹਦੀ ਬੇਟੀ ਨੂੰ ਇਹ ਗੁਣ ਕਿੰਨੇ ਦਿੱਤਾ? ਕੁਦਰਤ ਵੱਲੋਂ ਆਇਆ, ਹੈ ਨਾ। ਠੀਕ ਇਸੇ ਤਰੀਕੇ ਨਾਲ ਹਰ ਕੁਆਲਿਟੀ ਮਾਂ-ਬਾਪ ਦੀ ਤਰਫੋਂ ਬੱਚੇ ਨੂੰ ਆਉਂਦੀ ਹੈ। ਤਾਂ ਸਾਡੇ ਮਾਂ-ਬਾਪ ਸਾਡਾ परम पिता अकाल पुरख साडा गड़नहार है, साडा क्रिएटर है। ਅਸੀਂ ਉਹਦੇ ਗੁਣਾਂ ਦੇ ਨਾਲ ਭਰਪੂਰ ਹਾਂ, ਉਹਨਾਂ ਦੇ ਗੁਣਾਂ ਨੂੰ ਅਸੀਂ ਮਹਿਸੂਸ ਕਰਨਾ ਹੈ।
ਫਿਰ ਅਸੀਂ ਜਿੰਨੇ ਵੀ ਗੁਣ ਨੇ ਉਸ ਅਕਾਲ ਪੁਰਖ ਦੇ, ਉਹ ਮੈਂ ਮਹਿਸੂਸ ਕਰ ਰਹੇ ਨੇ ਕਿ ਬਾਬਾ ਜੀ ਇਹ ਤੁਹਾਡੇ ਸਾਰੇ ਗੁਣ ਮੇਰੇ ਅੰਦਰ ਵੀ ਨੇ। ਫੀਲ ਕਰਨਾ ਉਸ ਫੀਲਿੰਗ ਨੂੰ, ਉਸ ਪਿਆਰ ਨੂੰ ਮਹਿਸੂਸ ਕਰਨਾ ਜਿਹੜਾ ਪਰਮਾਤਮਾ ਨੇ ਮੈਨੂੰ ਬਣਾਉਣ ਲੱਗਿਆ ਸੋਚਿਆ ਸੀ। ਉਸ ਪਰਮਾਤਮਾ ਦੇ ਉਸੇ ਪਿਆਰ ਨੂੰ ਮੈਂ ਆਪਣੇ ਅੰਦਰ ਉਹਨਾਂ ਗੁਣਾਂ ਨੂੰ ਫੀਲ ਕਰਨਾ ਹੈ। ਜਦੋਂ ਮੈਂ ਫੀਲ ਕਰ ਲਾਂਗੀ ਉਹ ਸਾਰੇ ਗੁਣਾਂ ਨੂੰ, ਜਿੰਨੇ ਵੀ ਮੈਨੂੰ ਲੱਗ ਰਹੇ ਨੇ ਸਾਰੇ ਗੁਣਾਂ ਨੂੰ ਮੈਂ ਫੀਲ ਕਰ ਲਾਂਗੀ। ਉਸ ਤੋਂ ਬਾਅਦ ਜਿਹੜਾ ਤੀਸਰਾ ਆ ਜਾਂਦਾ ਹੈ ਉਹ ਹੈ ਕਲੇਮ ਐਂਡ ਅਸੈਪਟ। ਹੁਣ ਇੱਥੇ ਮੈਂ ਕੀ ਕਹਿਣਾ ਹੈ, ਆਈ ਕਲੇਮ ਮਾਈ ਸੈਲਫ ਅਸੈਪਟੈਂਸ। ਮੈਂ ਦਾਵਾ ਕਰਦੀ ਹਾਂ ਕਿ ਜਿਹੜੇ ਵੀ ਗੁਣ ਮੈਂ ਹੁਣ ਉੱਪਰ ਸੋਚ ਕੇ ਆਈ ਹਾਂ, ਜਿਨ੍ਹਾਂ ਦੇ ਬਾਰੇ ਮੈਂ ਸੋਚਿਆ ਇਨ ਦੀ ਸੈਂਸ ਫੀਲ ਕੀਤਾ, ਮਹਿਸੂਸ ਕੀਤਾ ਜਿਹਨਾਂ ਨੂੰ ਆਪਣੇ ਚਿੱਤ ਦੀ ਗਹਿਰਾਈਆਂ ਤੋਂ, ਉਹ ਸਾਰੇ ਮੇਰੇ ਨੇ। ਮੈਂ ਦਾਵਾ ਕਰਦੀ ਹਾਂ ਇਹ ਸਾਰੇ ਗੁਣ ਮੇਰੇ ਨੇ, ਹੈ ਨਾ। ਔਰ ਮੈਂ ਅਸੈਪਟ ਕਰਦੀ ਹਾਂ, स्वीकार करदी हाँ कि ਜਿਹੜੀ ਸੈਲਫ ਮੇਰਾ ਪਰਮਾਤਮਾ ਦੇ ਸਾਰੇ ਗੁਣ ਮੇਰੇ ਨੇ, ਇਹਨੂੰ ਮੈਂ ਸਵੀਕਾਰ ਵੀ ਕਰ ਰਹੀ ਹਾਂ। ਫਿਰ ਆ ਜਾਂਦਾ ਹੈ ਥਾਟਸ, ਵਿਚਾਰ। ਹੁਣ ਇਹ ਥੋੜਾ ਜਿਹਾ ਇੱਕ ਸ਼ਬਦ ਹੈ ਕਿਉਂਕਿ ਅਸੀਂ ਚੈਪਟਰ ਤੋਂ ਥਾਟ ਦੇ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਹੈ। ਉਸ ਤਰ੍ਹਾਂ ਹੀ ਸਾਡੇ ਆਸੇ-ਪਾਸੇ ਬਹਿ ਰਹੇ ਨੇ, ਜਿਸ ਤਰ੍ਹਾਂ ਨਦੀ ਦੇ ਵਿੱਚ ਪਾਣੀ ਹੈ, ਸਮੁੰਦਰ ਦੇ ਵਿੱਚ ਲਹਿਰਾਂ ਉੱਠ ਰਹੀਆਂ ਨੇ ਸਾਡੇ ਆਸੇ-ਪਾਸੇ। ਅਸੀਂ ਕਹਿ ਲਈਏ ਅਸੀਂ ਸਮੁੰਦਰ ਜਿਸ ਵਿਚਾਰਾਂ ਦੇ ਸਮੁੰਦਰ ਦੇ ਵਿੱਚ ਅਸੀਂ ਗੋਤੇ ਖਾ ਰਹੇ ਹਾਂ ਤਾਂ ਕੁਝ ਗਲਤ ਨਹੀਂ ਹੋਏਗਾ। ਤੇ ਅਸੀਂ ਕੀ ਕਹਿਣਾ ਹੈ ਕਿ ਆਈ ਹੀਲ ਐਂਡ ਰਿਲੀਜ਼। ਅਸੀਂ ਸਾਰੇ ਉਹ ਵਿਚਾਰਾਂ ਨੂੰ ਰਿਲੀਜ਼ ਕਰ ਰਹੇ ਹਾਂ, ਉਹਨਾਂ ਦੀ ਮਰਮ ਪੱਟੀ ਕਰ ਰਹੇ ਹਾਂ ਸਾਰੇ ਵਿਚਾਰਾਂ ਦੀ, ਜਿਹਦੇ ਨਾਲ ਜਿਹੜੇ ਮੈਨੂੰ ਇੱਥੇ ਲੈ ਕੇ ਜਾਂਦੇ ਨੇ ਕਿ ਮੈਂ ਸ਼ਰੀਰ ਹਾਂ। ਕਿਉਂਕਿ ਆਪਣੇ ਆਪ ਨੂੰ ਸ਼ਰੀਰ ਸਮਝ ਕੇ ਮੈਂ ਦੁਖੀ ਹੋ ਰਹੀ ਹਾਂ, ਕਿਉਂਕਿ ਜਿਹੜਾ ਵਿਚਾਰ ਮੈਨੂੰ ਆਪਣੇ ਆਪ ਨੂੰ ਮੈਂ ਸ਼ਰੀਰ ਸਮਝਦੀ ਹਾਂ ਔਰ ਉਹ ਵਿਚਾਰ ਮੈਨੂੰ ਦੁਖੀ ਕਰ ਰਿਹਾ ਹੈ, ਤਾਂ ਮੈਂ ਹੁਣ ਕੀ ਕਹਿ ਰਹੀ ਹਾਂ ਕਿ ਮੈਂ ਉਹ ਸਾਰੇ ਵਿਚਾਰਾਂ ਨੂੰ ਰਿਲੀਜ਼ ਕਰ ਰਹੀ ਹਾਂ, ਛੋੜ ਰਹੀ ਹਾਂ, ਉਹਨਾਂ ਨੂੰ ਮਰਮ ਪੱਟੀ ਲਗਾ ਰਹੀ ਹਾਂ। ਔਰ ਮੈਂ ਉਹ ਸਾਰੇ ਵਿਚਾਰਾਂ ਨੂੰ ਵੀ ਛੋੜਦੀ ਹਾਂ ਜਿਹੜੇ ਮੈਨੂੰ ਤੂੰ ਤਾਂ ਕਿਸੇ ਕੰਮ ਦੀ ਨਹੀਂ, ਨਕਾਰ, ਤੂੰ ਤਾਂ ਕਿਸੇ ਜੋਗੀ ਹੈ ਹੀ ਨਹੀਂ। ਇਹ ਕੰਮ ਤਾਂ ਪਰਮਾਤਮਾ ਕਰ ਸਕਦਾ ਹੈ। ਮੈਂ ਵਿਚਾਰੀ, ਮੈਂ ਇਨਸਾਨ, ਮੈਂ ਤਾਂ ਇਸ ਧਰਤੀ ਤੇ ਆ ਗਈ, ਮੈਂ ਕਿੱਦਾਂ ਇਹ ਕੰਮ ਕਰ ਸਕਦੀ ਹਾਂ। ਇਹ ਸਾਰੇ ਥਾਟ ਜਿਹੜੇ ਨੇ ਇਹ ਪਰਮਾਤਮਾ ਦੇ ਉਹਦੇ ਚ ਨਹੀਂ ਆ ਰਹੇ। ਇਹ ਸਾਰੇ ਥਾਟ ਉਹ ਨੇ ਜਿਹਨਾਂ ਨੂੰ ਮੈਂ ਰਿਲੀਜ਼ ਕਰਨਾ। ਮੈਂ ਤਾਂ ਨਕਾਰਾ ਵਾਂ, ਮੈਂ ਕੁਝ ਕਰ ਨਹੀਂ ਸਕਦੀ, ਮੇਰੇ ਕੋਲ ਤਾਂ ਕੋਈ ਸਾਧਨ ਹੀ ਨਹੀਂ ਹੈ, ਮੈਂ ਬਦਸੂਰਤ ਹਾਂ, ਮੇਰੇ ਅੰਦਰ ਕੌਨਫੀਡੈਂਸ ਦੀ ਕਮੀ ਹੈ। ਇਹ ਸਾਰੇ ਮੇਰੇ ਵਿਚਾਰ ਉਹ ਵਾਲੇ ਵਿਚਾਰ ਨੇ ਜਿਹਨਾਂ ਨੂੰ ਮੈਂ ਰਿਲੀਜ਼ ਕਰਨਾ, ਜਿਹੜੇ ਮੇਰੇ ਸੈਲਫ ਅਸੈਪਟੈਂਸ ਦੇ ਵਿੱਚ ਬਾਧਾ ਬਣਦੇ ਨੇ, ਹਿੰਡਰੈਂਸ ਨੇ, ਰੁਕਾਵਟ ਨੇ। ਇਹਨਾਂ ਸਾਰੇ ਵਿਚਾਰਾਂ ਨੂੰ ਮੈਂ ਛੋੜਦੀ ਚਲੀ ਜਾਣਾ ਔਰ ਇਹਨਾਂ ਨੂੰ ਹੀਲ ਕਰਦੀ ਚਲੀ ਜਾਣਾ ਹੈ। ਲਵਰ ਲਾਈਟ ਭੇਜ ਕੇ ਉਸੇ ਸਿੱਖ ਚੁੱਕੇ ਆ। ਔਰ ਹੁਣ ਮੈਂ ਉਹਦੀ ਜਗ੍ਹਾ ਤੇ ਕੀ ਸੋਚਣਾ ਹੈ ਕਿ ਮੈਂ ਹੁਣ ਮੈਂ ਜਾਣਦੀ ਹਾਂ ਕਿ ਮੈਂ ਬਿਲਕੁਲ ਪਰਫੈਕਟ ਹਾਂ, ਮੈਂ ਬਾਬਾ ਜੀ ਦੀ ਬੱਚੀ ਹਾਂ, ਮੈਂ ਬਿਲਕੁਲ ਫ੍ਰੀ ਹਾਂ, ਮੈਂ ਬਿਊਟੀਫੁਲ ਹਾਂ, ਮੈਂ ਪਰਫੈਕਟ ਹਾਂ ਔਰ ਮੈਂ ਹਰ ਉਸ ਚੀਜ਼ ਦੇ ਲਾਇਕ ਹਾਂ ਜਿਹੜੀ ਪਰਮਾਤਮਾ ਨੇ ਮੈਨੂੰ ਬਣਾਈ ਹੈ। ਹਰ ਉਸ ਗੁਣ ਦੇ ਲਾਇਕ ਹਾਂ ਜਿਹੜੇ ਪਰਮਾਤਮਾ ਨੇ ਮੇਰੇ ਲਈ ਬਣਾਏ ਨੇ। ਮੈਂ ਕਾਬਿਲ ਹਾਂ, ਮੈਂ ਉਹਨਾਂ ਚੀਜ਼ਾਂ ਨੂੰ ਸਾਂਭ ਸਕਦੀ ਹਾਂ, ਹੈ ਨਾ। ਮੇਰੇ ਚ ਇਤਨਾ ਕੈਪੈਸਿਟੀ ਹੈ ਕਿ ਮੈਂ ਉਹ ਸਾਰੇ ਗੁਣ ਜਿਹੜੇ ਪਰਮਾਤਮਾ ਦੇ ਉਹਨਾਂ ਨੂੰ ਕੈਰੀ ਕਰ ਸਕਦੀ ਹਾਂ। ਔਰ ਇਸ ਤੋਂ ਇਲਾਵਾ ਮੈਂ ਹੁਣ ਸਾਰੇ ਵਿਚਾਰ ਜਿਹੜੀ ਮੇਰੇ ਔਰ ਮੇਰੇ ਪਰਮਾਤਮਾ ਦੇ ਵਿਚਕਾਰ ਰੁਕਾਵਟ ਬਣੇ ਹੋਏ ਸੀ, ਉਹਨਾਂ ਸਾਰੇ ਵਿਚਾਰਾਂ ਨੂੰ ਮੈਂ ਰਿਲੀਜ਼ ਕਰਦੀ ਜਾ ਰਹੀ ਹਾਂ ਔਰ ਉਹਨਾਂ ਦੀ ਜਗ੍ਹਾ ਦੇ ਉੱਤੇ ਮੈਂ ਕੀ ਕਰ ਰਹੀ ਹਾਂ, ਸੈਲਫ ਅਸੈਪਟੈਂਸ ਨੂੰ ਆਪਣੇ ਅੰਦਰ ਲੈ ਕੇ ਆ ਰਹੀ ਹਾਂ। ਇਹ ਤਾਂ ਕਾਮਨ ਵਿਚਾਰ ਨੇ। ਇਸ ਤੋਂ ਇਲਾਵਾ ਕਈ ਹੋਰ ਵਿਚਾਰ ਹੋਣਗੇ। ਜਦੋਂ ਅਸੀਂ ਆਪਣੇ ਵਿਚਾਰ ਵਾਲਾ ਟੌਪਿਕ ਕੱਢਿਆ ਸੀ ਕਿ ਮੇਰੇ ਵਿਚਾਰਾਂ ਦੇ ਵਿੱਚ ਕਮੀ ਕਿੱਥੇ ਹੈ, ਮੇਰੀਆਂ ਕਿਉਂ ਟਰੂ ਇੱਛਾ ਪੂਰੀਆਂ ਨਹੀਂ ਹੋ ਰਹੀਆਂ, ਮੇਰੇ ਵਿਚਾਰ ਕਿੱਥੋਂ ਮੇਰੇ ਮਾਲਕ ਦੇ ਵਿਚਾਰ ਨਾਲੋਂ ਅਲੱਗ ਹੋ ਗਏ। ਜਦੋਂ ਅਸੀਂ ਇਹ ਚੈਪਟਰ ਕੀਤਾ ਸੀ ਉਦੋਂ ਸਾਡੇ ਕੋਲ ਕੁਝ ਥਾਟ ਪ੍ਰੋਸੈਸ ਆਏ ਹੋਣਗੇ ਜਿਨ੍ਹਾਂ ਨੂੰ ਅਸੀਂ ਹੀਲ ਕਰਨਾ ਹੋਏਗਾ ਜਾਂ ਰਿਲੀਜ਼ ਕਰਨਾ ਹੋਏਗਾ, ਜਿਨ੍ਹਾਂ ਨੂੰ ਅਸੀਂ ਚੇਂਜ ਕਰਨਾ ਸੀ। ਜਾਂ ਹੁਣ ਵੀ ਜਦੋਂ ਅਸੀਂ ਸੈਲਫ ਦੀ ਗੱਲ ਕਰਨੀ ਹੈ ਤੇ ਅਸੀਂ ਦੇਖਣਾ ਹੈ ਕਿ ਮੈਂ ਕਿਉਂ ਨਹੀਂ ਕਹਿ ਪਾ ਰਹੀ ਕਿ ਪਰਮਾਤਮਾ ਦੀ ਇਹ ਚੀਜ਼ ਮੇਰੀ ਹੈ। ਇੱਕ ਬੱਚਾ ਹੈ, ਛੋਟਾ ਜਿਹਾ ਬੱਚਾ ਹੈ, ਉਹ ਬਾਹਰ ਕੁਲਫੀ ਵਾਲੇ ਨੂੰ ਰੁਕਾ ਕੇ ਆ ਜਾਂਦਾ ਹੈ ਕਿ ਤੂੰ ਰੁਕ, ਔਰ ਕੁਲਫੀ ਲੈ ਕੇ ਘਰ ਆ ਜਾਂਦਾ ਹੈ ਕਿ ਮਾਂ ਇਹਨੂੰ ਪੈਸੇ ਦੇ ਦੇ। ਕਿਸ ਹੱਕ ਨਾਲ ਉਹ ਆ ਜਾਂਦਾ, ਕੁਲਫੀ ਖਰੀਦ ਕੇ ਆ ਗਿਆ। ਔਰ ਦੇਖੋ ਕੁਲਫੀ ਵਾਲੇ ਨੇ ਵੀ ਉਹਨੂੰ ਕੁਲਫੀ ਦੇ ਦਿੱਤੀ, ਉਹਨੂੰ ਪਤਾ ਕਿ ਇਹਦੀ ਮਾਂ ਅੰਦਰ ਬੈਠੀ ਉਹ ਮੈਨੂੰ ਪੈਸੇ ਦੇ ਦੇਗੀ, ਹੈ ਨਾ। ਉਹਨੂੰ ਇਹ ਨਹੀਂ, ਨਾ ਬੱਚੇ ਨੂੰ ਡਾਊਟ ਆਇਆ, ਨਾ ਦੁਕਾਨਦਾਰ ਨੂੰ ਡਾਊਟ ਆਇਆ, ਵੇਚਣ ਵਾਲੇ ਨੂੰ, ਕਿ ਵੀ ਮੇਰੇ ਪੈਸੇ ਮਰ ਜਾਣਗੇ ਜਾਂ ਪੈਸੇ ਦੇਗੀ ਨਹੀਂ। ਦੋਨਾਂ ਨੂੰ ਇਹ ਵਿਸ਼ਵਾਸ ਹੈ, ਕਲੇਮ ਹੈ। ਉਹੋ ਜਿਹਾ ਕਲੇਮ ਅਸੀਂ ਵੀ ਕਰਨਾ ਹੈ। ਇਹੋ ਜਿਹਾ ਕਲੇਮ ਕਰਨ ਦੇ ਵਿੱਚ ਕਿੱਥੇ ਰੁਕਾਵਟ ਆ ਰਹੀ ਹੈ? ਮੈਂ ਕਿਉਂ ਨਹੀਂ ਇੰਨੇ ਕੌਨਫੀਡੈਂਸ ਨਾਲ ਪਰਮਾਤਮਾ ਦੀ ਹਰ ਚੀਜ਼ ਨੂੰ ਆਪਣੀ ਚੀਜ਼ ਕਹਿ ਪਾਉਂਦੀ? ਇਸ ਰੁਕਾਵਟ ਨੂੰ, ਇਸ ਨੂੰ ਮੈਂ ਪਕੜਨਾ ਹੈ ਔਰ ਉਹਨੂੰ ਇੱਕ ਨਵੇਂ ਵਿਚਾਰ ਦੇ ਨਾਲ
है और फिर मैं थॉट ਨੂੰ ਰਿਲੀਜ਼ ਕਰ ਦੇਣਾ ਹੈ। ਹੁਣ ਅਸੀਂ ਚੱਲ ਜਾਂਦੇ ਹਾਂ ਆਪਣੀ ਗੁਰਬਾਣੀ ਦੀ ਤਰਫ ਕਿ ਅਗਰ ਅਸੀਂ ਗੁਰਬਾਣੀ ਦੇ ਵਿੱਚ ਜਾਈਏ ਕਿ ਸਾਨੂੰ ਨਿਤਨੇਮ ਮਿਲਿਆ ਹੈ, ਠੀਕ ਹੈ, ਨਿਤਨੇਮ ਮਿਲਿਆ ਹੈ। ਔਰ ਤੁਹਾਨੂੰ ਕੀ ਲੱਗਦਾ ਨਿਤਨੇਮ ਸਾਨੂੰ ਬਾਬਾ ਜੀ ਨੇ ਐਵੇਂ ਦੇ ਦਿੱਤਾ ਹੋਣਾ ਵੀ ਮੂੰਹ ਚੁੱਕਿਆ, 5 ਬਾਣੀਆਂ ਇੱਧਰੋਂ ਉੱਧਰੋਂ ਪਕੜੀਆਂ ਔਰ ਉਤਾਰ ਕੇ ਸਾਨੂੰ ਦੇ ਦਿੱਤੀ ਕਿ ਲਓ ਪੜੋ ਜੀ, ਤੁਸੀਂ ਕਰ ਲਓ ਇਹਨੂੰ। ਔਰ ਇਹ ਰੋਜ਼ ਕਰਨੀ ਹੈ। ਇਹ ਨਿਤਨੇਮ ਦੀਆਂ ਬਾਣੀਆਂ ਉਹ ਨੇ ਜਿਹੜੀਆਂ ਅਸੀਂ ਡੇਲੀ ਕਰਨੀਆਂ ਨੇ, ਡੇਲੀ ਪ੍ਰੈਕਟਿਸ ਕਰਨੀ ਹੈ ਜਿਨ੍ਹਾਂ ਨੂੰ। ਕੁਝ ਤਾਂ ਸੋਚਿਆ ਹੋਇਆ ਨੇ, ਹੈ ਨਾ, ਕਿਉਂਕਿ ਉਹਨੇ ਵੀ ਸਾਡੇ ਲਈ ਬੇੜਾ ਤਿਆਰ ਕੀਤਾ ਹੈ ਨਾ, परमात्मा ने भी साडे लिए एक बेड़ा तैयार किया है। वाहिगुरु नाम जहाज है जो चढ़े सो उतरे पार, है ना। तो जहाज बना के दिता, सानू बाणी दा बेड़ा बना के दिता। ते जदों असी जाप साहिब पढ़ रहे हुंदे आ, जाप साहिब दे अंदर एक तो 199 उत्थे बाबा जी दियां क्वालिटीज ने। असी तो इत्थे कुछ क्वालिटीज पकड़ियां ने, मुश्किल 10 क्वालिटीज भी नहीं होणगियां, 10 भी मैं ज्यादा ही कह रही हूँ, इतनियां दी बातें असी गल कर रहे हैं। लेकिन गुरु साहब ने 199 ईश्वर दे गुण ने जिन्हां दे बारे जाप साहिब पूरा लिख दिता। और जित्थों तक मैं सुनिया सीगा कि वर्ड दी एक ऐसी रचना जिहदे विच परमात्मा दे इतने गुणां दा वर्णन किया गया है ना। चक्कर चिन्ह और बरन जात और पात नहीं जे, रूप रंग और रेख बेक कौके, कितनी खूबसूरती दे नाल इतने छंदा दे विच। और वह बाणी इतनी खूबसूरती है कि तुहाडे अंदर ऑटोमैटिकली चेंज आ जांदा। हालांकि चेंज अपने अंदर असी महसूस करने, वाइब्रेशन महसूस करते हैं, जबकि ਉਹਦੇ ਜਿਹੜੇ ਸ਼ਬਦ ਨੇ ਉਹ ਫਾਰਸੀ ਦੇ ਵੀ ਨੇ ਔਰ ਸਾਨੂੰ ਕਈ ਸਮਝ ਵੀ ਨਹੀਂ ਆਉਂਦੇ। ਔਰ ਅਸੀਂ ਲੋਕਾਂ ਦੇ ਵਿੱਚੋਂ ਤੁਹਾਡੇ ਸਮੇਤ ਵਿੱਚੇ ਮੈਂ ਕਦੀ ਖੋਲਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਅਸੀਂ ਇੱਕ ਇੱਕ ਸ਼ਬਦ ਨੂੰ ਕੜੀਏ ਤਾਂ ਸਹੀ ਕਿ ਕਹਿ ਕੀ ਰਹੇ ਨੇ। ਅਜੇ ਅਲੇ ਅਭੇ ਅਭੇ, ਇਹਨਾਂ ਸ਼ਬਦਾਂ ਦੇ ਦੁਆਰਾ ਬਾਬਾ ਜੀ ਕਹਿ ਕੀ ਰਹੇ ਨੇ ਨਾ। अच्छा लग्या, बानी पढ़ ली, गुरु साहब ने जाप साहब हो गया, चलो जी कहानी मुक्की। जबकि ਉਹਦੇ ਚ परमात्मा ਦੇ ਗੁਣਾਂ ਦਾ ਵਰਣਨ ਸੀ। ਉਹ ਇੱਥੋਂ ਨਹੀਂ ਸੀ ਪੜਨਾ, ਉਹ ਇੱਥੋਂ ਪੜਨਾ ਸੀ, ਮਹਿਸੂਸ ਕਰਨਾ ਸੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਔਰ ਮਹਿਸੂਸ ਕਰਕੇ ਡੀਪ ਡਾਊਨ ਉਹਦੇ ਅੰਦਰ ਚਲੇ ਜਾਣਾ ਸੀ ਉਹਨਾਂ ਕੁਆਲਿਟੀਜ਼ ਦੇ ਨਾਲ। ਹੁਣ ਅਸੀਂ ਆ ਜਾਂਦੇ ਹਾਂ ਸਾਡੀ ਸਭ ਤੋਂ ਮਹੱਤਵਪੂਰਨ ਬਾਣੀ ਜਪਜੀ ਸਾਹਿਬ, ਜਿਹੜੀ ਸਾਡੀ ਜਪਜੀ ਸਾਹਿਬ ਹੈ। ਜਪਜੀ ਸਾਹਿਬ ਦੇ ਵਿੱਚ ਅਸੀਂ ਕਹਿ ਲਈਏ ਜਿਹੜੀ ਸਟਾਰਟਿੰਗ ਬਾਬਾ ਜੀ ਨੇ ਕੀਤੀ ਹੈ ਮੂਲ ਮੰਤਰ ਤੋਂ, ਉਹ ਤਾਂ गुरु दे गुणा दे नाल कीती है, अकाल पुरख दी क्वालिटीज दे नाल कीती। और पूरी अगर असी देखांगे ना अपनी की कहंदे ने जपजी साहिब अगर असी पूरा देखांगे ते जपजी साहिब दे विच परमात्मा और मैं इन्हां चीज़ां नूं लैके ही पूरी जपजी साहिब चल रही है। पूरी जपजी साहिब जितों स्टार्टिंग तो लैके एंड तक असी बड़े प्यार नाल, क्योंकि कल जदों असीं नितनेम करांगे गॉड एंड आई ए समझ के असीं जपजी साहिब दा जदों पाठ करांगे फिर सानूं पता चल जाएगा कि जिस तरह विण गुण कीते भगत ना होई, जेकर मैं गुण नहीं करांगी तो मैं भगती नहीं कर सकती, है ना। फिर एक उहदे च होया नानक भगतां सदा विकास, सुनिए दुख पाप का नाश, सुनिए दियां बाणियां आ गईयां। हुण सुनना यानी असीं पहले गॉड दी क्वालिटीज नूं सुनिया, सुन के सानूं उन्हां ने की कह दिता कि जिहड़ा भगत हैगा ਉਹ ਭਗਤ ਹਮੇਸ਼ਾ ਆਨੰਦ ਦੇ ਵਿੱਚ ਖੜਿਆ ਰਹਿੰਦਾ ਹੈ, ਕਿਉਂਕਿ ਉੱਥੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ। ਕਿਉਂਕਿ ਸਮਝ ਆ ਜਾਏਗੀ ਨਾ, ਜਦੋਂ ਮੈਂ ਸਮਝ ਕੇ ਬਾਣੀ ਪੜਾਂਗੀ ਤੇ ਦੁੱਖ ਤੇ ਪਾਪ ਦਾ ਨਾਸ਼ ਤਾਂ ਆਲਰੇਡੀ ਹੋਣਾ ਹੀ ਹੈ। ਫਿਰ ਮੰਨੇ ਦੀ ਗੱਲ ਆ ਗਈ, ਮੰਨੇ, ਹੈ ਨਾ। ਫਿਰ ਇਹ ਵਡ ਉੱਚਾ ਹੋਏ ਕੋਏ ਤਿਸ ਉੱਚੇ ਕੋ ਜਾਣੇ ਸੋਏ, ਮਤਲਬ ਜੋ ਵੀ ਅਸੀਂ ਕਰ ਲਈਏ ਮੰਨੇ ਕੀ ਗਤ ਕਹੀ ਨਾ। ਪੂਰੀ ਜਪਜੀ ਸਾਹਿਬ ਇੱਥੇ ਤੱਕ ਆ ਕੇ ਖਤਮ ਹੋ ਜਾਂਦੀ ਹੈ। ਫਿਰ ਐਂਡ ਦੇ ਵਿੱਚ ਆ ਕੇ ਹੁਣ ਤੁਹਾਨੂੰ ਉਹਦਾ ਸਾਰ ਵੀ ਮਿਲ ਜਾਏਗਾ, ਹੈ ਨਾ। जिथे आंदा पवन गुरु पानी पिता माता तरत महत, दिवस रात दोई दाई दाया, खेले सगल जगत चंगियाइयां बुरियाइयां, वाचै धर्म हदूर, करमी आपो आपनी के नेड़े कै दूर। एंड भी उन्होंने ओदे च दस दिता पूरा दा पूरा। फिर तीसरा जिहड़ी सानू उन्होंने कही है क्लेम करना और एक्सेप्ट करना। इत्थे हुण आ जाने असीं अपने आनंद साहिब जी की तरफ। सानू आनंद साहिब दी बाणी भी नितनेम च ही आ रही है ना, नितनेम च ही आ रही है। हुण आनंद साहिब दे विच स्टार्टिंग चो ही आनंद पिया मेरी माए सतगुरु मैं पाया, क्लेम आनंद पै गया क्योंकि मैं सतगुरु नूं प्राप्त कर लिया, सतगुरता पाया सहज सेती मन वजियां वधाइयां। फिर वही क्लेम और एक्सेप्ट, क्लेम और एक्सेप्ट, हर चीज दे विच अखां नूं पूरी बॉडी दे हिस्से नूं लैके पूरा आनंद साहिब इन्हां चीज़ां दे नाल ही भरिया दा है कि यात्रा लई जिहड़ी मैनूं बॉडी मिली है, इस बॉडी नूं मैं यूज किस तरह करना है। जिस तरह ए नेत्रो मेरे हो हर तुम में ज्योतरी, हर बिन अवर न देखो कोई, हर बिन अवर न देखो कोई, हर रूप नदरी आया, ए विश्व संसार जो तुम देख दे ए हर का रूप है ना। हुण कितनी खूबसूरत उहदे च उन्होंने सारियां हर अंग नूं लैके
ਕੰਨਾਂ ਨੂੰ ਲੈ ਕੇ, ਸਰੀਰ ਨੂੰ ਲੈ ਕੇ, ਮਨ ਨੂੰ ਲੈ ਕੇ, ਹਰ ਚੀਜ਼ ਨੂੰ ਲੈके ਸਾਨੂੰ परफेक्ट पिक्चर बना देती। सैल्फ असैप्टेंस मोड ਦੇ ਵਿੱਚ ਸਾਨੂੰ ਲੈ ਆਂਦਾ ਕਿ ਯੈਸ हम सैल्फ असैप्टेंस ਦੇ ਮੋਡ ਦੇ ਵਿੱਚ ਤੁਸੀਂ ਆ ਜਾਓ, ਅਸੈਪਟ ਕਰ ਲਓ ਇਹਨਾਂ ਚੀਜ਼ਾਂ ਨੂੰ ਔਰ ਆਪਣੀ ਯਾਤਰਾ ਅੱਗੇ ਵਧਾਓ। ਕਿਉਂਕਿ ਹੁਣ ਅਸੀਂ ਅਸੈਪਟ ਕਰ ਲਿਆ, ਆਨੰਦ ਦੇ ਵਿੱਚ ਆ ਗਏ, ਪਰਮਾਤਮਾ ਨੂੰ ਮੈਂ ਪਾ ਲਿਆ। ਖੂਬਸੂਰਤ ਜੀ ਕਹਾਣੀ ਵੀ ਸੀਗੀ, ਮੈਂ ਫਿਰ ਸ਼ੇਅਰ ਕਰਦਾ, ਸ਼ਾਇਦ ਮੈਂ ਅੱਗੇ ਵੀ ਸ਼ੇਅਰ ਕੀਤੀ ਹੋਏਗੀ। ਆਨੰਦ ਸਾਹਿਬ ਨੂੰ ਲੈ ਕੇ ਹੀ ਸੀ ਕਿ ਉਦੋਂ ਬਾਣੀ ਉਹ ਲੋਕ ਯਾਦ ਕਰਾਉਂਦੇ ਸੀ ਗੁਰੂ ਸਾਹਿਬ ਦੇ ਟਾਈਮ ਦੇ ਉੱਤੇ, ਕਿਉਂਕਿ ਕਿ ਜਿਹਨੂੰ ਕਹਿੰਦੇ ਨੇ ਪ੍ਰੈਸਿਸ ਨਹੀਂ ਸੀ ਹੁੰਦੀਆਂ, ਪ੍ਰੈਸ ਨਹੀਂ ਸੀ ਹੁੰਦੀ ਰਿਟਨ ਵਾਸਤੇ, ਹੱਥਾਂ ਨਾਲ ਲਿਖਣੀ ਪੈਂਦੀ ਸੀ, ਔਖੀ ਲੱਗਦੀ ਸੀ ਤੇ ਕੁਝ ਗਰੁੱਪ ਬਣਾ ਕੇ ਬਾਣੀ ਯਾਦ ਕਰਵਾਈ ਜਾਂਦੀ ਸੀ। ਇਸ ਤਰ੍ਹਾਂ ਹੀ ਕੁਝ ਗਰੁੱਪ ਬਣਿਆ। ਇੱਕ ਕੋਈ ਏਜਡ ਆਦਮੀ ਸੀ, ਸਿੱਖ ਗੁਰਸਿੱਖ ਸੀਗਾ, ਉਹਨੂੰ ਵੀ ਬਾਣੀ ਯਾਦ ਕਰਾਈ ਗਈ, ਆਨੰਦ ਪਿਆ ਮੇਰੀ ਮਾਈ, ਇਸ ਤਰ੍ਹਾਂ ਕੁਝ ਉਹਨੂੰ ਯਾਦ ਕਰਾਏ ਗਏ। ਔਰ ਉਸ ਦਿਨ ਤੋਂ ਬਾਅਦ ਉਹ ਆਦਮੀ ਗੁਰਸਿੱਖ ਆਇਆ ਹੀ ਨਹੀਂ, ਜਦਕਿ ਕੁਝ ਦਿਨਾਂ ਬਾਅਦ ਆ ਕੇ ਉਹ ਸੁਣਾਣੀ ਹੁੰਦੀ ਸੀ ਔਰ ਅਗਲੀਆਂ ਪੰਕਤੀਆਂ ਯਾਦ ਕਰਕੇ ਜਾਣੀਆਂ ਹੁੰਦੀਆਂ ਸੀ। ਕੋਈ ਹੁੰਦੇ ਨੇ ਸਾਡੇ ਵਰਗੇ ਕਈ ਜਦੋਂ ਸ਼ਿਕਾਇਤ ਲਗਾਈ ਕਿ ਵੀ ਬਾਬਾ ਜੀ ਇਹ ਤਾਂ ਆਇਆ ਹੀ ਨਹੀਂ, ਇੰਜ ਹੈ ਉਂਝ ਹੈ, ਜੋ ਕੁਝ ਵੀ, ਤਾਂ ਗੁਰੂ ਸਾਹਿਬ ਨੇ ਕਿਹਾ ਜਾਓ ਉਹਨੂੰ ਲੈ ਕੇ ਆਓ। ਜਦੋਂ ਕਹਿੰਦੇ ਨੇ ਉਹ ਗੁਰਸਿੱਖ ਜਿਹਨੇ ਸ਼ਿਕਾਇਤ ਲਗਾਈ ਸੀ, ਉਹ ਗੁਰੂ ਸਾਹਿਬ ਦਾ ਸੁਨੇਹਾ ਲੈ ਕੇ ਉਸ ਗੁਰਸਿੱਖ ਦੇ ਘਰ ਪਹੁੰਚਿਆ ਤੇ ਉਹ ਪੂਰਾ ਕਮਰਾ ਪ੍ਰਕਾਸ਼ ਦੇ ਨਾਲ ਭਰਿਆ ਦਾ ਸੀ। ਉਹ ਆਦਮੀ ਬੜਾ ਹੈਰਾਨ ਹੋ ਗਿਆ ਕਿ ਇਤਨਾ ਪ੍ਰਕਾਸ਼ ਇਸ ਕਮਰੇ ਦੇ ਵਿੱਚ ਕਿੱਥੋਂ ਆ ਗਿਆ, ਇਤਨਾ ਪ੍ਰਕਾਸ਼। ਖੈਰ ਬਾਬਾ ਜੀ ਦਾ ਸੁਨੇਹਾ ਦਿੱਤਾ, ਬਾਬਾ ਜੀ ਦਾ ਸੁਨੇਹਾ ਪਕੜ ਕੇ ਆਇਆ ਤੇ ਉਹਨੂੰ ਕਿਹਾ, ਬਾਬਾ ਜੀ ਨੇ ਵੀ ਗੁਰਸਿੱਖਾ ਕੀ ਹੋ ਗਿਆ, ਤੂੰ ਅਗਲੀ ਬਾਣੀ ਪੜਨ ਨਹੀਂ ਆਇਆ? ਕਹਿੰਦਾ ਬਾਬਾ ਜੀ ਅੱਗੇ ਮੈਂ ਕੀ ਪੜਾਂ, ਕੁਛ ਰਿਹਾ ਹੀ ਨਹੀਂ ਬਾਕੀ, ਤੁਸੀਂ ਤਾਂ ਕਹਿ ਹੀ ਦਿੱਤਾ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਦ ਮੈਂ ਸਤਿਗੁਰੂ ਨੂੰ ਹੀ ਪਾ ਲਿਆ ਤੇ ਬਾਕੀ ਮੈਂ ਕੁਝ ਕੀ ਚਾਹੀਦਾ, ਬਾਕੀ ਨਹੀਂ ਮੈਨੂੰ ਕੁਝ ਚਾਹੀਦਾ, ਮੇਰਾ ਤਾਂ ਕੰਮ ਹੋ ਗਿਆ। ਤੇ ਗੁਰੂ ਸਾਹਿਬ ਨੇ ਕਿਹਾ ਤੇਰੇ ਲਈ ਇਤਨਾ ਹੀ ਬਸ ਹੈ ਨਾ। ਬਹੁਤ ਖੂਬਸੂਰਤ ਜੀ ਸਟੋਰੀ ਸੀਗੀ। ਯਾਨੀ ਅਸੀਂ ਇਹ ਸਿੱਖਣਾ ਸੀ ਜਦੋਂ ਅਸੀਂ ਆਨੰਦ ਸਾਹਿਬ ਦਾ ਪਾਠ ਕਰਨਾ ਸੀ, ਇਹ ਅਸੈਪਟੈਂਸ ਸਿੱਖਣੀ ਸੀ, ਕਲੇਮ ਕਰਨਾ ਸਿੱਖਣਾ ਸੀ ਜਦੋਂ ਅਸੀਂ ਅਸੈਪਟੈਂਸ ਪਾਠ ਕਰਨਾ ਸੀ। ਫਿਰ ਆ ਜਾਂਦੀ ਹੈ ਥਾਟ ਦੀ ਗੱਲ, ਵਿਚਾਰ, ਜਿਹੜੇ ਅਸੀਂ ਵਿਚਾਰਾਂ ਦੀ ਗੱਲ ਕੀਤੀ ਹੈ। ਤੇ ਹੁਣ ਸਾਨੂੰ ਸੁਖਮਨੀ ਸਾਹਿਬ ਵੱਲ ਚਲੇ ਜਾਈਏ। 24 ਅਸ਼ਟਪਦੀਆਂ, 24 ਸ਼ਲੋਕ ਹੈ ਨਾ, ਇੱਕ ਸ਼ਲੋਕ ਦੇ ਨਾਲ ਰਿਲੇਟਡ ਹਰ ਵਿਚਾਰ। ਉਸ ਦੇ ਵਿੱਚ ਬਾਬਾ ਜੀ ਨੇ ਬਚਪਨ ਤੋਂ ਲੈ ਕੇ ਤੁਹਾਡੇ ਜਨਮ ਤੋਂ ਲੈ ਕੇ ਪੂਰਾ ਪ੍ਰਭ ਆਰਾਧਿਆ ਤੱਕ ਹਰ ਚੀਜ਼ ਕਵਰ ਕਰ ਲਈ, ਸਾਰੇ ਥਾਟ ਉਹਨਾਂ ਨੇ ਕਵਰ ਕਰ ਲਏ। ਹੁਣ ਇਹਨਾਂ ਥਾਟ ਪ੍ਰੋਸੈਸ ਨੂੰ ਅਸੀਂ ਗ੍ਰੈਸਪ ਕਰਨਾ ਸੀ, ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਲੈ ਕੇ ਜਾਣਾ ਸੀ, ਉਹਨਾਂ ਨੂੰ ਹਿਰਦੇ ਵਿੱਚ ਵਸਾਣਾ ਸੀ, ਔਰ ਫਿਰ ਆਟੋਮੈਟਿਕਲੀ ਮੇਰੇ ਥਾਟਸ ਕਲੀਅਰ ਹੋਈ ਜਾਣੇ ਸੀ। ਜਿਹੜੇ ਥਾਟ ਮੇਰੇ ਮਾਲਕ ਦੇ ਵਿਚਕਾਰ ਰੁਕਾਵਟ ਬਣੇ ਹੋਏ ਸੀ, ਇਹ ਥਾਟ ਪ੍ਰੋਸੈਸ ਨਹੀਂ। ਕਿਤਨਾ ਕੁਝ ਅਸੀਂ ਸੁਖਮਨੀ ਸਾਹਿਬ ਦੇ ਬਾਰੇ ਸੁਣਿਆ ਹੋਇਆ, ਸੁੱਖਾਂ ਦੀ ਮਨੀ ਹੈ ਜੀ, ਰੋਜ਼ ਪਾਠ ਕਰਨਾ ਚਾਹੀਦਾ ਹੈ ਜੀ, ਇਹ ਪਾਠ ਕਰਨ ਦੇ ਨਾਲ ਜ਼ਿੰਦਗੀ ਬਦਲ ਜਾਏਗੀ। ਕਿ ਇੱਥੋਂ ਪਾਠ ਕਰਨ ਦੇ ਨਾਲ ਜਾਂ ਇੱਥੋਂ ਪਾਠ ਕਰਨ ਦੇ ਨਾਲ ਜ਼ਿੰਦਗੀ ਬਦਲੀ ਜਾਏਗੀ ਨਾ। ਜਦੋਂ ਜ਼ਬਾਨ ਔਰ ਦਿਮਾਗ ਦੇ ਨਾਲ ਦਿਲ ਸ਼ਾਮਿਲ ਹੋ ਜਾਏਗਾ, ਮਤ ਵਿੱਚ ਰਤਨ ਜਵਾਹਰ, ਜੇ ਇੱਕ ਗੁਰ ਕੀ ਸਿੱਖ ਸੁਣੀ, ਇੱਕੋ ਹੀ ਸਿੱਖ, ਜ਼ਿਆਦਾ ਸੁਣਨ ਦੀ ਜ਼ਰੂਰਤ ਹੀ ਨਹੀਂ ਹੈ। ਫਿਰ ਆਟੋਮੈਟਿਕਲੀ ਆਪਣੇ ਹਿਰਦੇ ਦੇ ਅੰਦਰ ਅਸੀਂ ਜਾ ਕੇ, ਜਦੋਂ ਹਿਰਦੇ ਦੀ ਜਿਹੜਾ ਸਾਡਾ ਸਮੁੰਦਰ ਹੈ, ਹਿਰਦੇ ਦਾ ਜਿਹੜਾ ਪਾਣੀ ਹੈ, ਜਾਂ ਹਿਰਦੇ ਦਾ ਸਮੁੰਦਰ ਕਹਿ ਲਈਏ, ਹਿਰਦੇ ਦਾ ਕੁਆਂ ਕਹਿ, ਜੋ ਵੀ ਅਸੀਂ ਹਿਰਦੇ ਦੇ ਵਿੱਚ ਅਸੀਂ ਆਪਣੇ ਜਾ ਕੇ, ਆਪਣੇ ਹਾਰਟ ਦੇ ਵਿੱਚ ਜਾ ਕੇ, ਜਦੋਂ ਈਸ਼ਵਰੀ ਪ੍ਰੇਮ ਦੇ ਵਿੱਚ ਅਸੀਂ ਨਾਤੇ ਜਾਵਾਂਗੇ, ਉਸ ਪ੍ਰੇਮ ਦੇ ਵਿੱਚ ਇਸ਼ਨਾਨ ਕਰਕੇ ਜਦੋਂ ਅਸੀਂ ਚੀਜ਼ਾਂ ਨੂੰ, ਸਾਡਾ ਥਾਟ ਪ੍ਰੋਸੈਸ ਬਾਹਰ ਨਿਕਲੇਗਾ, ਤਾਂ ਸੋਚੋ ਕਿੰਨਾ ਖੂਬਸੂਰਤ ਹੋਏਗਾ। ਫਿਰ ਤੋਂ ਅਸੀਂ ਕਹਿ ਪਾਵਾਂਗੇ ਨਾ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਤਾਂ ਪਾਪ ਕਿੱਥੇ, ਜਿਹੜੇ ਥਾਟ ਪ੍ਰੋਸੈਸ ਨਾਲ ਅਸੀਂ ਪਾਪ ਕਮਾਇਆ, ਉਹ ਜਦੋਂ ਅਸੀਂ ਪ੍ਰੇਮ ਦੇ ਸਾਗਰ ਵਿੱਚ ਡੁਬਕੀ ਲਗਾਈ, ਉਸ ਥਾਟ ਨੂੰ ਲੈ ਕੇ ਜਿਹੜੇ ਗੁਰੂ ਸਾਹਿਬ ਦੀ ਬਾਣੀ ਦੇ ਰਾਹੀਂ ਮੇਰੇ ਅੰਦਰ ਜਾ ਰਹੀ ਹੈ, ਆਟੋਮੈਟਿਕਲੀ ਮੇਰੇ ਕਲੀਨ ਹੋ ਜਾਣ ਵਾਲੇ ਆ। ਲੇਕਿਨ ਸਾਡੇ ਕੋਲੋਂ ਗਲਤੀ ਕੀ ਹੋ ਗਈ, ਅਸੀਂ ਪਾਠ ਕਰਦੇ ਹਾਂ ਇੱਥੋਂ ਦਿਮਾਗ ਦੇ ਨਾਲ, ਸਾਨੂੰ ਬਰਾਬਰ ਪਤਾ ਹੁੰਦਾ ਕਿ ਇੰਨੇ ਮਿੰਟ 'ਚ ਇਸ ਬੰਦੇ ਦਾ ਪਾਠ ਖਤਮ ਹੋ ਜਾਏਗਾ, ਇਸ ਬੰਦੇ ਨੇ ਇੰਨੇ ਮਿੰਟਾਂ 'ਚ ਪਾਠ ਕਰਦਾ, ਇਸ ਬੰਦੇ ਨੂੰ ਪਾਠ ਕਰਨ ਗਿਆ ਇਤਨਾ ਟਾਈਮ ਮੈਨੂੰ ਲੱਗਣ ਵਾਲਾ ਹੈ। ਕਿਉਂਕਿ ਅਗਰ ਅਸੀਂ ਹਿਰਦੇ ਦੇ ਨਾਲ ਪਾਠ ਕਰ ਰਹੇ ਹਾਂ, ਫਿਰ ਉੱਥੇ ਟਾਈਮ ਨਹੀਂ ਹੈ, ਉੱਥੇ ਟਾਈਮ ਲਿਮਿਟ ਨਹੀਂ ਹੈ। ਉੱਥੇ ਸਾਨੂੰ ਘੰਟਾ ਵੀ ਲੱਗ ਸਕਦਾ, 2 ਵੀ ਲੱਗ ਸਕਦੇ ਨੇ, 2 ਦਿਨ ਵੀ ਲੱਗ ਸਕਦੇ ਨੇ, 2 ਸਾਲ ਵੀ ਲੱਗ ਸਕਦੇ ਨੇ, ਕਿਉਂਕਿ ਉਹ ਪੰਕਤੀ ਸਾਡੇ ਅੰਦਰ ਜਾ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਪੰਕਤੀ ਨੇ ਹਿਰਦੇ ਦੇ ਦੁਆਰ ਖੁੱਲ ਗਏ। ਹਿਰਦਾ ਬਹੁਤ ਵਿਸ਼ਾਲ ਹੈ, ਸਾਡੀ ਜਿਹੜੀ ਸੋਚ ਹੈ ਉਹ ਲਿਮਿਟਡ ਹੈ, ਜਿਹੜਾ ਥਾਟ ਪ੍ਰੋਸੈਸ ਹੈ ਮੇਰਾ ਉਹ ਲਿਮਿਟਡ ਹੈ। ਜਦੋਂ ਮੇਰਾ ਥਾਟ ਪ੍ਰੋਸੈਸ ਉਸ ਅਕਾਲ ਪੁਰਖ ਦੇ ਥਾਟ ਪ੍ਰੋਸੈਸ ਦੇ ਨਾਲ ਇੱਕ ਹੋ ਜਾਏਗਾ, ਉੱਥੇ ਤਾਂ ਸਮੇਂ ਦੀ ਸੀਮਾ ਹੀ ਨਹੀਂ ਹੈ, ਉੱਥੇ ਸਮੇਂ ਹੈ ਹੀ ਨਹੀਂ। ਉੱਥੇ ਮੈਂ ਇਹ ਨਹੀਂ ਕਹਿ ਸਕਦੀ ਕਿ ਇਹ ਬੰਦਾ ਪਾਠ ਕਰਨ ਵਾਸਤੇ ਗਿਆ, ਜਿਹੜਾ ਬੰਦਾ ਦਿਲ ਦੇ ਨਾਲ ਪਾਠ ਕਰ ਰਿਹਾ ਹੋਏਗਾ, ਇਹ ਇੰਨੇ ਮਿੰਟ 'ਚ ਪਾਠ ਕਰਕੇ ਬਾਹਰ ਆ ਜਾਏਗਾ, ਕਿਉਂਕਿ ਉੱਥੇ ਮੈਨੂੰ ਖੁਦ ਨੂੰ ਇਸ
ना तो उस बंदे नूं ये क्लैरिटी है, ना उस बंदे नूं जेड़ा बाहर बैठा उन्होंने भी ये क्लैरिटी नहीं है कि अज पता नहीं इन्हें किहड़े रस विच रंगे जाना है और किन्ने घंटे उस पंक्ति के अंदर डुबिया रहने वाला है, मैनू नहीं पता, है ना, क्योंकि उहदे च धोखा खा रहा है। चीज़ां ने समझना नहीं कि परमात्मा ने गौर है स्वीकार कर देना उन्हां माफी देना। ਅਸੀਂ माफी का भी नवा अर्थ समझ चुके हैं, फॉरगिवनेस देन लई और थैंक्स धन्यवाद और आमीन। ਅਸੀਂ फिर जो नैक्सट कल गल करांगे उसके बारे गल करन वाले हैं। तो यह बहुत ही खूबसूरत जिहा एक साडा जिहड़ा हुण होमवर्क रहेगा, एक्शन प्लान कह लीए, वो यही है कि कल जो असीं नितनेम पढ़ीए इन्हां 4 शब्दां दे नाल असीं नितनेम नूं पढ़ीए और समझण दी कोशिश करिए गुरु साहब ने यह बाणियां सानूं हर रोज पढ़न लई क्यों दित्तियां। तो यह प्रसाद साहब ये भी इसे तरीके दे नाल मैं देख रही सी, वो इसे तरीके नूं रिजेंबल कर रहे हैं, जिन प्रेम कियो ते नहीं प्रभ पायो, पंक्ति भी उत्थों ही आई है। तो यह सारियां चीज़ां ने इस उहदे नाल असीं करन वाले हैं और 5 मिनट ऊपर हो गए ने, हुण असीं ध्यान की तरफ जा रहे हैं। ध्यान की तरफ जाने लई असीं म्यूजिक लगा देना बच्चे। ध्यान की तरफ जाने वास्ते असीं अखां नूं बंद करांगे, सुख आसन दे विच बैठ जावांगे। बहुत ही प्यारा जिहा आसन जिहदे च सानूं आराम महसूस होए, वो आसन। सुख आसन दे विच बैठ के हत्थां नूं क्रॉस कर लांगे। चश्मा अगर पाया है तो चश्मे नूं उतार देंगे। पानी दा एक घुट असीं जरूर पियागे ताकि एनर्जी बैलेंस हो जाए। चित्त बिल्कुल शांत, रिलैक्स, चित्त शांत, ध्यान श्वास ते, क्योंकि जपजी साहिब दे एंड विच ही मालक ने कहा पवन गुरु, पानी पिता, माता, धरत महत। म्यूजिक प्लीज मंत्रित। ओके, अगर म्यूजिक नहीं भी चल रहा है तद भी असी अपने उत्ते कॉन्सेंट्रेट करना है, ध्यान श्वास के उत्ते रखना है और जिसनों कहते हैं ना कि सैल्फ एक्सेप्टेंस, क्योंकि सारा म्यूजिक साडे अंदरों ही निकलिया है। गुरु साहब ने सारी बाणी जितनी भी बाणी गाई है वो राग दे विच गाई है। ए राग उन्होंने किसी स्कूल तो जाके नहीं सीखे, कोई टीचर नहीं आंदा, राग वो सी जिहड़े अंदर ऑटोमैटिकली चल रहे ने, खाली गुरु साहब ने उन्होंने पकड़िया और वो राग नूं एक्सेप्ट किया। तो ठीक उस तरीके नाल म्यूजिक नहीं है उसदे ते ध्यान नहीं दईए, ध्यान ने वास्ते रहिए, चित्त बिल्कुल शांत, पानी पिता, माता, अंदर जाए अपने ही अंदर डीप चित शांत,
दिवस रात दोए दाई दाया खेले सगल जगत। चंगे आइयां बुरे आइयां वाचे धर्म हदूर। करमी आपो आपनी के नेड़े कै दूर। ध्यान स्वास्थ्य ना कोई सोच ना कोई विचार। जेको खावे जेको पुंचै तिसका होई उदारो। फील करिए अपनी श्वास ਨੂੰ। ਸਾਡੀ ਕੋਮਲ ਜਿਹੀਆਂ ਪਿਆਰੀਆਂ ਜਿਹੀਆਂ ਇਹਨਾਂ ਸਵਾਸਾਂ ਨੂੰ। साडे और साडे मालिक के दरमियान यह श्वास ही ब्रिज है। गॉड एंड आई, परमात्मा ते मैं, हर जन दुई एक है, बिब विचार कछु नाही। जल ते उपज तरंग ज्यों, जल ही बिखे समाए।
चित शांत। क्लेम एंड एक्सेप्ट, दावा के स्वीकार। मन, तू ज्योत स्वरूप है, अपना मूल पहचान। ध्यान स्वास्थ्य। आनंद आनंद सबको कहे, आनंद गुर ते जानिया।
बहुत जन्म बिछड़े थे माधो, यह जन्म तुम्हारे लेखे। चित शांत, ना कोई सोच, ना कोई विचार, जस्ट फील द लव। फील करना है उस प्रेम को। नानक नाम पाँच है, जो चढ़े सो उतरे पार।
हर का बिलोवना, बिलोवो मेरे भाई, सहज बिलो। कैसे गाना चाहती The oneness, एक नो महसूस करी, एक वो है, ये एक वो है, साहिब मेरा एक को है। Last 30-second masters. चित्त सिमरन करो, नाम हृदय तरो। धीरे धीरे अपने आप ਨੂੰ ਸਮੇਟੀਏ, ਧਿਆਨ ਤੋਂ ਬਾਹਰ ਆਉਣ ਲਈ ਆਪਣੇ ਆਪ ਨੂੰ ਤਿਆਰ ਕਰੀਏ। ਹੱਥਾਂ ਪੈਰਾਂ ਨੂੰ ਮਹਿਸੂਸ ਕਰੀਏ। प्रेम के सागर चो डुब्बी लगा के बाहर आने ਲਈ तैयार हो जाइए। 10 9 8
7, 6, 5, 4, 3, 2, 1, 0। अपने आप ਨੂੰ ਹੱਥਾਂ ਪੈਰਾਂ ਨੂੰ ਮਹਿਸੂਸ ਕਰੀਏ, ਉਸ ਪਿਆਰ ਨੂੰ ਮਹਿਸੂਸ ਕਰੀਏ। ਦੋਨੋਂ ਹੱਥ ਆਪਣੀ ਅੱਖਾਂ ਦੇ ਉੱਤੇ ਰੱਖੀਏ, ਉਸ એનર્ਜੀ ਨੂੰ ਫੀਲ ਕਰੀਏ ਜਿਹੜੀ ਅਸੀਂ ਹੁਣੇ ਆਪਣੇ ਡੀਪ ਡਾਊਨ ਫੀਲ ਕੀਤੀ ਹੈ। 5, 4, 3, 2, 1, 0। ਮੁਸਕਰਾਉਂਦੇ ਹੋਏ ਆਪਣਾ ਧੰਨਵਾਦ, ਅਕਾਲ ਪੁਰਖ ਦਾ ਧੰਨਵਾਦ ਕਰਦੇ ਹੋਏ, ਮੁਸਕਰਾਉਂਦੇ ਹੋਏ, ਆਪਣਾ ਟਾਈਮ ਲੈਂਦੇ ਹੋਏ, ਹਥੇਲੀਆਂ ਦੇ ਵਿੱਚ ਹੀ ਅੱਖਾਂ ਨੂੰ ਧੀਰੇ ਧੀਰੇ ਖੋਲਦੇ ਹੋਏ ਧਿਆਨ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰੀਏ। ਥੈਂਕ ਯੂ ਮਾਸਟਰਸ ਐਂਡ ਮਾਈ ਡੀਅਰ ਗॉड्स, ਇੰਨਾ ਖੂਬਸੂਰਤ ਮੌਕਾ ਦੇਣ ਲਈ ਤੁਹਾਡੇ ਸਾਰਿਆਂ ਦਾ, ਉਸ ਅਕਾਲ ਪੁਰਖ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫॉर ਬੀਇੰਗ ਇਨ ਮਾਈ ਲਾਈਫ। ਤੁਹਾਡਾ ਧੰਨਵਾਦ, ਸੇਵਾ ਦਾ ਮੌਕਾ ਦਿੱਤਾ, ਉਸ ਅਕਾਲ ਪੁਰਖ ਦਾ ਧੰਨਵਾਦ ਜਿਸ ਨੇ ਇਹ ਸੇਵਾ ਲੈਣ ਦਾ ਮੌਕਾ ਦਿੱਤਾ। ਥੈਂਕ ਯੂ, ਥੈਂਕ ਯੂ, ਥੈਂਕ ਯੂ। Thank you, ma'am. Thank you for the wonderful session.